जिस दिन ये ऑर्डर मैनू दस्या गया ना कि ते अखबार दे विच आया, मेरे अंदर बगावत की भावना उत्पन्न हो गई सी। मैं उस दिन तो मतलब होश दे विच नहीं सीगा। जो मेरे उत्ते इल्ज़ाम जिस तरीके से लगाए गए, आज तक मैं पढ़ नहीं सकिया। मेरे अंदर बहुत ज़्यादा मतलब दर्द है कि वो ताकत कौन सी है। ताकत जो कैप्टन अमरिंदर सिंह साहब जो बहुत ही पावरफुल मतलब लीडर मने जाते हैं, उन्होंने अपनी इच्छा नूं रोक रही है कि नहीं मतलब इनू अपील दे विच नहीं मतलब आज तक नहीं लेके गए। ਤੁਸੀਂ ਬੜੇ ਕਲੀਅਰਲੀ ਕਿਹਾ ਕਿ ਏਜੀ ਉਸ ਦਿਨ ਨਹੀਂ ਸੀਗਾ ਮੈਡੀਕਲ ਲੀਵ ਤੇ ਸੀ, ਏਜੀ ਦੀ ਕਮਜ਼ੋਰੀ ਰਹੀ ਜਿਸ ਕਾਰਨ ਅਸੀਂ ਕੇਸ ਹਾਰੇ। ਬਟ ਇਹ ਕੈਪਟਨ ਅਮਰਿੰਦਰ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਬੈਸਟ ਲਾਇਰ ਜੋ ਦਿੱਲੀ ਦਾ ਹੈ ਉਸ ਨੂੰ ਹਾਇਰ ਕੀਤਾ ਔਰ ਕਾਫੀ ਐਕਸਪੈਂਸਿਵ ਲਾਇਰ, ਕਾਫੀ ਪੈਸੇ ਖਰਚੇ ਗਏ ਸਰਕਾਰ ਵੱਲੋਂ। ਕੈਪਟਨ ਸਾਹਿਬ ਦੇ ਕੋਲ ਤਾਂ ਰਿਪੋਰਟ ਤੱਕ ਨਹੀਂ ਗਈ। ਕੈਪਟਨ ਸਾਹਿਬ ਨੂੰ ਮੈਂ ਮਿਲਦਾ ਜ਼ਰੂਰ ਸੀਗਾ, ਲੇਕਿਨ ਸਿਰਫ ਇੱਕ ਕੰਮ ਵਾਸਤੇ ਮਿਲਦਾ ਸੀ ਕਿ ਜੋ ਸਾਡੀ ਲੀਗਲ ਟੀਮ ਹੈ ਉਹ ਕਮਜ਼ੋਰ ਹੈ। ਮੈਂ ਅੱਜ ਵੀ ਇਹੀ ਚੈਲੰਜ ਕਰਦਾ ਹਾਂ, ਕੋਈ ਵੀ ਵਕੀਲ ਹੋਵੇ ਜਾਂ ਕੋਈ ਵੀ ਕਾਨੂੰਨ ਦਾ ਮਾਹਿਰ ਵਿਅਕਤੀ ਹੋਵੇ, ਉਹਨਾਂ ਨੂੰ ਬੁਲਾਓ ਤੇ ਮੇਰਾ ਐਵੀਡੈਂਸ ਤੇ ਮੇਰੀ ਰਿਪੋर्ट वो सारा इकट्ठा कर दो। किसी एक लाइन ते कोई चैलेंज कर देवे तो फिर मैनू पूछो। जो जेकर स्टेट दा सब तो इंपॉर्टेंट केस होवे ते एजी दी कैपेबिलिटी नहीं है तो की उसनू एजी रखना चाहिए है? बिल्कुल नहीं रखना चाहिए। ਸਿਆਸਤਦਾਨ ਦਾ ਇਲਜ਼ਾਮ ਉਲਟਾ ਹੈ। ਅੱਜ ਜੋ ਕਾਂਗਰਸ ਵਿੱਚ ਹਲਚਲ ਦੇਖ ਰਹੇ ਉਹ ਤਾਂ ਕਹਿੰਦੇ ਨੇ ਕਿ ਵੀ ਬਿਊਰੋਕ੍ਰੇਸੀ ਸਾਡੇ 'ਤੇ ਹਾਵੀ ਹੈ, ਸਾਡੀ 'ਤੇ ਕੋਈ ਪੁਲਿਸ ਅਫਸਰ ਗੱਲ ਨਹੀਂ ਮੰਨਦਾ। ਐਸਐਸਪੀ ਔਰ ਡੀਜੀਪੀ ਜੋ ਸਿਸਟਮ ਹੈ ਉਹਦੇ ਵਿੱਚ ਪੋਲੀਟੀਸ਼ੀਅਨ ਦਾ ਜੋ ਬਿਕੋਜ਼ ਉਹਨਾਂ ਨੇ ਵਾਅਦੇ ਪੂਰੇ ਕਰਨੇ ਹੈ, ਉਹਨਾਂ ਦਾ ਇਲਜ਼ਾਮ ਦੂਜਾ ਹੈ। ਜਦੋਂ ਤੱਕ ਬਾਦਲ ਸਾਹਿਬ ਦੇ ਕੋਲ ਹੋਮ ਡਿਪਾਰਟਮੈਂਟ ਹੁੰਦਾ ਸੀ, ਪੁਲਿਸ ਬਹੁਤ ਵਧੀਆ ਤਰੀਕੇ ਦੇ ਨਾਲ ਉਹਦੇ ਚੱਲਦੀ ਸੀ। ਸਾਰੇ ਐਸਐਸਪੀ ਸਾਰੇ ਅਫਸਰ ਉਸ ਸਰਕਾਰ ਦੇ ਵਿੱਚ ਵੀ ਅਲਰਟ ਰਹਿੰਦੇ ਸੀ। ਕਦੋਂ ਬਾਦਲ ਸਾਹਿਬ ਦਾ ਫੋਨ ਆ ਜਾਏਗਾ ਤੇ ਜੇਕਰ ਤੁਹਾਨੂੰ ਉਸ ਕੇਸ ਦੇ ਬਾਰੇ ਜਾਣਕਾਰੀ ਨਹੀਂ ਹੈ, ਅਖਬਾਰ ਦੇ ਵਿੱਚ ਉਹ ਖਬਰ ਆ ਗਈ ਹੈ ਤਾਂ ਤੁਹਾਡੀ ਖੈਰ ਨਹੀਂ ਹੈ। ਇਸ ਤਰ੍ਹਾਂ ਦਾ ਇੱਕ ਮਾਹੌਲ ਸੀਗਾ। ਉਸੇ ਦੌਰਾਨ ਹੋਮ ਡਿਪਾਰਟਮੈਂਟ ਸੁਖਬੀਰ ਸਿੰਘ ਬਾਦਲ ਜੀ ਦੇ ਕੋਲ ਚਲਾ ਗਿਆ ਤੇ ਅੱਗੇ ਹੋਰ ਮਤਲਬ ਲੋਕਾਂ ਨੂੰ ਬਾਅਦ ਦੇ ਵਿੱਚ ਉਹਦਾ ਇੱਕ ਤਰੀਕੇ ਦੇ ਨਾਲ ਕਹੋਗੇ ਤੁਸੀਂ ਡੀਸੈਂਟਰਲਾਈਜੇਸ਼ਨ ਹੋ ਗਿਆ, ਇਲੀਗਲ ਤਰੀਕੇ ਦੇ ਨਾਲ, ਜਿਸ ਨੂੰ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਕਿ ਅਸੀਂ ਲੋਕਾਂ ਨੂੰ ਹੱਥ ਜੋੜ ਕੇ 200-300 ਯੂਨਿਟ ਮੁਫਤ ਭਿਖਾਰੀ ਵਾਲੇ ਲੈ ਕੇ ਆ ਰਹੇ ਹਾਂ, ਤੁਸੀਂ ਉਹੋ ਜਿਹੀ ਕੋਈ ਪਾਲਿਸੀ ਲਿਆ ਰਹੇ ਹੋ ਜਿਹੜੇ ਇਸ ਮੁੱਦੇ ਤੇ ਤੋੜ ਦੱਸੇ। ਬਿਜਲੀ ਦੇ ਐਗਰੀਮੈਂਟ ਹੋਏ ਸੀਗੇ, ਉਹ ਦੇਖੋ ਆਮ ਪਬਲਿਕ ਨੂੰ ਲੁੱਟ ਲਿਆ ਗਿਆ। ਉਹਦੇ ਵਿੱਚ ਜਦੋਂ ਪ੍ਰੋਡਕਸ਼ਨ ਹੋ ਰਿਹਾ ਹੈ ਨਾ ਸਰਕਾਰ ਵੱਲੋਂ, ਸਰਕਾਰੀ ਕੰਪਨੀਆਂ ਵੱਲੋਂ, ਤੇ ਸਿਰਫ ਡਿਸਟ੍ਰੀਬਿਊਸ਼ਨ ਵਾਸਤੇ ਇੱਕ ਖਾਸ ਪਰਿਵਾਰ ਦੀ ਕੰਪਨੀ ਬਣਾਈ ਜਾਂਦੀ ਹੈ। ਇੱਕ ਖਾਸ ਪਰਿਵਾਰ ਦੀ ਕੰਪਨੀ ਜੋ ਰੂਲਿੰਗ ਪਾਰਟੀ ਦਾ ਮਤਲਬ ਉਹ ਪਰਿਵਾਰ ਹੈ, ਤਾਂ ਉਸ ਪਰਿਵਾਰ ਦੇ ਮੈਂਬਰ ਹੀ ਉਹ ਚਲਾ ਰਹੇ ਨੇ। ਤੇ ਜਾਂ ਨਾ ABCD ਉਹਨਾਂ ਦੇ ਡਾਇਰੈਕਟਰਸ ਦਾ ਕੋਈ ਵੀ ਹੋ ਸਕਦਾ ਹੈ, ਲੇਕਿਨ ਇੱਕ ਪਰਿਵਾਰ ਨੂੰ ਫਾਇਦਾ ਦੇਣ ਵਾਸਤੇ ਇਹ ਸਾਰਾ ਪ੍ਰਾਈਵੇਟ ਪਾਰਟੀ ਦੇ ਨਾਲ ਐਗਰੀਮੈਂਟ ਕੀਤਾ ਗਿਆ। ਤੁਸੀਂ ਆਪਣੀ ਪੂਰੀ ਨਿਰਪੱਖਤਾ ਨਾਲ, ਆਪਣੀ ਪੂਰੀ ਤਾਕਤ ਨਾਲ, ਇੱਕ CM ਦੀ ਮਦਦ ਨਾਲ ਉਸ ਤਾਕਤ ਨੂੰ ਕਹਿ ਰਹੇ ਹੋ ਉਹਦੇ ਸਾਹਮਣੇ ਹਾਰ ਗਏ, ਤੁਸੀਂ ਇਹ ਕਹਿ ਰਹੇ ਹੋ। ਜਦੋਂ ਤੋਂ ਸਾਡੇ ਕਿਸਾਨ ਭਰਾ ਦਿੱਲੀ ਗਏ ਸੀਗੇ, ਉਦੋਂ ਤੋਂ ਮੇਰੇ ਨਾਲ ਜੋ ਕੁਝ ਵੀ ਮਤਲਬ ਮੇਰੇ ਤੇ ਬੀਤਦਾ ਸੀ ਉਹ ਇੱਕ ਆਮ ਬੰਦਾ ਨਹੀਂ ਬਰਦਾਸ਼ਤ ਕਰ ਸਕਦਾ ਸੀ। ਤਸੱਦਦ ਜੋ ਹੁੰਦਾ ਹੈ ਨਾ, ਉਦੋਂ ਤੋਂ ਬਹੁਤ ਜ਼ਿਆਦਾ ਸ਼ੁਰੂ ਹੋਇਆ ਤੇ ਮੈਂ ਇਕੱਲਾ फाइट करता रहा है इस केस में। हर पंजाबी किसानी मुद्दा, किसानी ठीक है वो भी एक मुद्दा है, लेकिन दोषियों ने भी देख लिया। दोषियों के हमदर्द जो व्यक्ति सरकार दे विच सीगे उन्होंने भी देख लिया। उन्होंने यही सीगा कि अच्छा मौका है जी कि सारा सेंटीमेंट जो पंजाब का है एक मुद्दे ते उधर लग्या होया है। इस दौरान मतलब एक फैसला आया, ये उन्होंने वास्ते एक सीगा कि हाँ एक आइडियल एटमोसफीयर है। इस एटमोसफीयर दे विच तुसीं ये करवा लो, किसी को पता नहीं लगना है, कोई विरोधता नहीं होगी। पंजाब दा एक मुद्दा नशा है और उहदा एक हिस्सा पुलिस है। ਤੁਸੀਂ ਉਹੋ ਜਿਹੀ ਕੋਈ ਪਾਲਿਸੀ ਲਿਆ ਰਹੇ ਹੋ ਜਿਹੜੇ ਇਸ ਮੁੱਦੇ ਤੇ ਤੋੜ ਦੱਸੇ। ਸਾਨੂੰ ਇਹ ਗੱਲ ਲੱਗ ਗਈ ਸੀ ਕਿ ਹਾਂ ਅਸੀਂ ਨਸ਼ੇ ਨੂੰ ਖਤਮ ਕਰ ਦੇਵਾਂਗੇ। ਅਸੀਂ ਇਹ ਸਟ੍ਰੈਟਜੀ ਬਣਾਈ, ਸਾਰਾ ਕੁਝ ਕੀਤਾ। ਤੁਸੀਂ ਯਕੀਨ ਮਾਨੋ 4 ਹਫ਼ਤੇ ਦੇ ਦੌਰਾਨ ਲੁਧਿਆਣਾ ਸ਼ਹਿਰ ਤੋਂ ਅਸੀਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਸੀ। ਇਹ ਮਤਲਬ 4 ਹਫ਼ਤੇ ਦੇ ਦੌਰਾਨ ਹੀ ਇਹ ਸਾਰਾ ਕੁਝ ਹੋ ਗਿਆ। ਠੀਕ ਹੈ, टारगेट अचीव हो गया, मैंने बदल दिता। ताकत कित्थों आंदी? माफिया की ताकत है। ताकत माफिया की ऐसी आई जो मानयोग चीफ मिनिस्टर साहब ने भी मजबूर कर दिता। इन्होंने भी नहीं सी पता कि आज लुधियाना के पुलिस कमिश्नर को बदलना पड़ेगा। लुधियाना हब है, लुधियाना हब है नशे दी। हर चीज़ का है जी, हर चीज़ है। पैसा बहुत है ना ये। कमी होर भी चुकी जाती है जिस बारे कहा जाता है कि कुंवर विजय प्रताप ये ਤਿਆਰੀ ਕਰ ਰਹੇ ਸੀ ਸਿਆਸਤ ਵਿੱਚ ਆਉਣ ਲਈ, ਇਸ ਲਈ ਉਹਨਾਂ ਨੇ ਆਪਣਾ ਜਾਣਬੁੱਝ ਕੇ ਕੇਸ ਕਮਜ਼ੋਰ ਕੀਤਾ।
ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕੀਤਾ ਕਿਸਨੇ ਤੇ ਕਰਾਇਆ ਕਿਸਨੇ। ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਇਹ ਸਾਰੇ ਲੀਡਰ ਜੋ ਵੀ ਜਾਣਦੇ ਸੀਗੇ, ਇਹ ਸਾਰੇ ਬੋਲਦੇ ਸੀਗੇ ਕਿ ਇਹਦੇ ਵਿੱਚ ਫਲਾਣੇ ਫਲਾਣੇ ਵਿਅਕਤੀ ਦਾ, ਫਲਾਣੇ ਉਦੋਂ ਦੇ ਸੀਐਮ ਤੇ ਡਿਪਟੀ ਸੀਐਮ ਦਾ ਨਾਮ ਬਾਰ-ਬਾਰ ਆਉਂਦਾ। ਸਰ ਕੈਪਟਨ ਅਮਰਿੰਦਰ ਵੱਲ ਤੁਹਾਡਾ ਅਜੇ ਵੀ ਸੌਫਟ ਕਾਰਨਰ ਲੱਗਦਾ ਹੈਗਾ, ਤੁਸੀਂ ਕਹਿੰਦੇ ਹੋ ਉਹ ਸਭ ਠੀਕ ਸੀ, ਲੀਗਲ ਟੀਮ ਨਹੀਂ, ਉਹਨਾਂ ਨੂੰ ਕੋਈ ਤਾਕਤ ਰੋਕ ਰਹੀ ਸੀ, ਅਜੇ ਵੀ ਇੱਕ ਸੌਫਟ ਕਾਰਨਰ ਹੈ। ਸੋ ਇਸ ਲਈ ਪੁੱਛਦੀ ਹਾਂ ਕਿ ਕਾਂਗਰਸ ਕਿਉਂ ਨਹੀਂ ਜੁਆਇਨ ਕੀਤੀ, ਫਿਰ ਤੁਸੀਂ ਆਪ ਕਿਉਂ ਜੁਆਇਨ ਕੀਤਾ? ਜਦੋਂ ਸੀਐਮ ਸਾਹਿਬ ਖੁਦ ਹੀ ਹਾਰ ਗਏ, ਅੱਜ ਦੇਖੋ ਪ੍ਰਮਾਣ ਹੈ ਇਹ ਲੜਾਈ ਕੁਰਸੀ ਦੀ ਸੀਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂ ਫਾਇਰਿੰਗ ਕੇਸਾਂ ਦੀ ਇਹ ਲੜਾਈ ਨਹੀਂ ਰਹੀ, ਇਹ ਇਨਸਾਫ ਦੀ ਲੜਾਈ ਨਹੀਂ, ਕੁਰਸੀ ਦੀ ਲੜਾਈ ਸੀ। ਅੱਜ ਅਸੀਂ ਇੱਕ ਐਸੇ ਸਿਆਸਤਦਾਨ ਔਰ ਪੁਲਿਸ ਅਫਸਰ ਰਹੇ ਇਨਸਾਨ ਨਾਲ ਬੈਠੇ ਹਾਂ ਜਿਨ੍ਹਾਂ ਨੂੰ ਅੜੀਅਲ ਵੀ ਕਿਹਾ ਗਿਆ ਹੈ, ਜਿਨ੍ਹਾਂ ਨੇ ਬੜੇ ਸਿਆਸਤਦਾਨਾਂ ਦੀ ਨੀਂਦ ਉਡਾਈ ਹੈ, ਜਿਨ੍ਹਾਂ ਤੇ ਹਾਈ ਕੋਰਟ ਦੀ ਟਿੱਪਣੀ ਸ਼ਾਇਦ ਇੱਕ ਬੜੀ ਚਰਚਿਤ ਟਿੱਪਣੀ ਹੋਏਗੀ, ਜਿੱਤੇ ਕਿਸ ਵਕਤ PhD ਵੀ ਕੀਤੀ ਜਾਏਗੀ, ਜਿਸ ਨੂੰ ਕਿਹਾ ਜਾਏਗਾ, ਜਿਸ ਤੇ ਕਿਹਾ ਗਿਆ ਸੀ ਕਿ ਇਹਨਾਂ ਦੇ ਜਿਹੜਾ ਫੈਸਲਾ, ਇਹਨਾਂ ਦੀ ਜਿਹੜੀ ਜਾਂਚ ਹੈ ਉਸ ਵਿੱਚ ਮੈਲ ਹੈ, ਉਹ ਬੇਹੂਦਾ ਹੈ, ਤਰਕਹੀਣ ਹੈ। ਅੱਜ ਅਸੀਂ ਕੁੰਵਰ ਵਿਜੇ ਪ੍ਰਤਾਪ ਸਾਬਕਾ IG ਨਾਲ ਬੈਠੇ ਹਾਂ। ਸਰ ਅੱਜ ਤੁਹਾਨੂੰ ਬਤੌਰ ਸਿਆਸਤਦਾਨ ਅਸੀਂ ਪਹਿਲੀ ਵਾਰੀ ਮੇਰੇ ਸਾਡੀ ਆਖਰੀ ਜਦ ਮੁਲਾਕਾਤ ਹੋਈ ਸੀ ਤਾਂ ਤੁਸੀਂ ਵਰਦੀ ਪਾਈ ਹੋਈ ਸੀ। ਸੋ ਪਹਿਲਾਂ ਤਾਂ ਜਿਹੜਾ ਇਹ ਚੇਂਜ ਆਇਆ ਫਰੋਮ ਇੱਕ ਵਰਦੀ ਤੋਂ ਵਾਈਟ ਕੁੜਤਾ ਪਜਾਮਾ ਦੀ ਯੂਨੀਫਾਰਮ ਹੈ, ਉਹ ਕਿਸ ਤਰ੍ਹਾਂ ਦੀ ਲੱਗ ਰਹੀ ਹੈ? ਦੇਖੋ ਮੈਨੂੰ ਜ਼ਿਆਦਾ ਮਹਿਸੂਸ ਨਹੀਂ ਹੋ ਰਿਹਾ ਹੈ ਚੇਂਜ, ਕਿਉਂਕਿ ਪਹਿਲਾਂ ਵੀ ਅਸੀਂ ਵੀ ਸਰਵਿਸ ਦੇ ਵਿੱਚ ਹੁੰਦੇ ਹੋਏ ਵੀ ਮਤਲਬ ਪਬਲਿਕ ਦੇ ਕੰਟੈਕਟ ਦੇ ਵਿੱਚ ਰਹਿੰਦੇ ਸੀ ਤੇ ਹੁਣ ਵੀ ਪਬਲਿਕ ਦੇ ਕੰਟੈਕਟ ਦੇ ਵਿੱਚ ਹਾਂ, ਤੇ ਮੈਨੂੰ ਬਹੁਤ ਜ਼ਿਆਦਾ ਫਰਕ ਨਹੀਂ ਆਇਆ ਹੈ। ਸਰ ਜਦ ਤੁਸੀਂ ਇੱਕ ਬਤੌਰ ਪੁਲਿਸ ਅਫਸਰ ਜਾਂਦੇ ਸੀ ਤਾਂ ਉਹ ਇੱਕ ਐਕਸੈਪਟੇਬਿਲਿਟੀ ਹੈਗੀ ਹੈ ਕਿ ਜੇ ਉਹ ਤੁਸੀਂ ਕਿਸੇ ਵੀ ਕੈਡਰ ਦੇ ਹੋ, ਕਿਸੇ ਵੀ ਸੂਬੇ ਦੇ ਹੋ, ਜਿਸ ਕੈਡਰ ਤੁਸੀਂ ਆ ਗਏ ਉਹਦੇ ਵਿੱਚ ਇਹ ਨਹੀਂ ਮੈਟਰ ਕਰਦਾ ਕਿ ਵੀ ਤੁਸੀਂ ਸਾਡਾ ਸੂਬਾ ਕਿਹੜਾ ਹੈ। ਅੱਜ ਜਦ ਤੁਸੀਂ ਬਤੌਰ ਸਿਆਸਤਦਾਨ ਜਾਓਗੇ, ਲੋਕ ਕੀ ਤੁਹਾਡੇ ਤੇ ਲੱਗਦਾ ਹੈ ਉਹ ਜਿਹੜਾ ਪਿਆਰ ਹੈ, ਜੋ ਸਮਰਥਨ ਹੈ, ਬਿਕੋਜ਼ ਇਹ ਅਸੀਂ ਜ਼ਰੂਰ ਮੰਨਦੇ ਹਾਂ ਕਿ ਲੋਕ ਤੁਹਾਡੇ ਤੇ ਬਹੁਤ ਵਿਸ਼ਵਾਸ ਕਰਦੇ ਨੇ, ਕਿ ਉਹ ਸਮਰਥਨ ਵੋਟਾਂ ਵਿੱਚ, ਸਿਆਸਤ ਵਿੱਚ ਆਏਗਾ? ਲੋਕ ਇਹ ਨਹੀਂ ਪੁੱਛਣਗੇ ਕਿ ਤੁਸੀਂ ਬਿਹਾਰ ਦੇ ਹੋ ਤੇ ਪੰਜਾਬ ਵਿੱਚ ਕਿਉਂ? ਦੇਖੋ ਇਹ ਅਸੀਂ ਸਰਵਿਸ ਦੇ ਵਿੱਚ ਹੁੰਦੇ ਹੋਏ ਵੀ ਇਹ ਅਸੀਂ ਫੇਸ ਕਰ ਚੁੱਕੇ ਹਾਂ, ਲੇਕਿਨ ਪਬਲਿਕ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਰਹੀ ਹੈ। ਲੇਕਿਨ ਇੱਕ ਐਲਿਟ ਕਲਾਸ ਹੈ, ਖਾਸ ਕਰਕੇ ਸਰਵਿਸ ਦੇ ਵਿੱਚ ਜਾਂ ਸਿਆਸਤ ਦੇ ਵਿੱਚ, ਉਹਨਾਂ ਵਾਸਤੇ ਇਹ ਮਸਲਾ ਹਮੇਸ਼ਾ ਰਿਹਾ ਹੈ। ਆਊਟਸਾਈਡਰ ਇਨਸਾਈਡਰ ਦਾ ਮਸਲਾ ਸਰਵਿਸ ਦੇ ਵਿੱਚ ਵੀ ਹਮੇਸ਼ਾ ਰਹਿੰਦਾ ਹੈ, ਲੇਕਿਨ ਆਮ ਪਬਲਿਕ ਨੂੰ ਮਤਲਬ ਕੋਈ ਮਤਲਬ ਨਹੀਂ ਹੁੰਦਾ ਹੈ। ਆਮ ਪਬਲਿਕ ਜਸਟਿਸ ਚਾਹੁੰਦੀ ਹੈ। ਅੱਜ ਵੀ ਮੈਂ ਇਹੀ ਸਮਝਦਾ ਹਾਂ ਕਿ ਇਹ ਆਮ ਪਬਲਿਕ ਵਾਸਤੇ ਮਸਲਾ ਨਹੀਂ ਹੈ। ਪਬਲਿਕ ਨੇ ਕਿਹਾ ਮੈਂ ਸਿਆਸਤ ਦੇ ਵਿੱਚ ਆ ਗਿਆ, ਇਹ ਰਹੇਗਾ। ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਜਾਂ ਕੁਝ ਥੋੜੇ ਸੇ ਲੀਡਰ ਨੇ ਉਹਨਾਂ ਵਾਸਤੇ ਰਹੇਗਾ, ਉਹ ਇਸ ਗੱਲ ਨੂੰ ਜ਼ਰੂਰ ਅੱਗੇ ਲੈ ਕੇ ਜਾਣਗੇ, ਲੇਕਿਨ ਆਮ ਪਬਲਿਕ ਵਾਸਤੇ ਮੈਟਰ ਨਹੀਂ ਕਰਦਾ ਹੈ, ਕਿਉਂਕਿ ਪੰਜਾਬ ਅੱਜ ਦਾ ਜਿਹੜਾ ਪੰਜਾਬ ਹੈ ਉਹ ਬਰਬਾਦ ਹੋ ਚੁੱਕਿਆ ਹੋਇਆ ਹੈ ਤੇ ਪੰਜਾਬ ਨੂੰ ਬਚਾ ਲੈਣਾ ਹੈ। ਤੇ ਪੰਜਾਬ ਨੂੰ ਬਚਾਉਣ ਵਾਸਤੇ ਜੋ ਵੀ ਅੱਗੇ ਆਏਗਾ, ਪਬਲਿਕ ਨੂੰ ਇਹ ਨਹੀਂ ਪਤਾ ਹੈ। ਨੰਬਰ 2, ਨਾ ਮੈਨੂੰ ਮਹਿਸੂਸ ਹੋਇਆ ਕਿ ਮੈਂ ਪਟਨਾ ਸਾਹਿਬ ਦੀ ਧਰਤੀ ਤੋਂ ਉੱਠ ਕੇ ਸ੍ਰੀ ਅੰਮ੍ਰਿਤ ਸਾਹਿਬ ਆ ਗਿਆ, ਤੇ ਨਾ ਪਬਲਿਕ ਨੇ ਇਸ ਤਰ੍ਹਾਂ ਦਾ ਮਹਿਸੂਸ ਕੀਤਾ ਕਿ ਮੈਂ ਕੋਈ ਬਾਹਰਲੇ ਸਟੇਟ ਤੋਂ ਹਾਂ। ਤੇ ਇਸ ਤਰ੍ਹਾਂ ਦਾ ਮਹਿਸੂਸ ਨਾ ਪਬਲਿਕ ਨੂੰ ਹੈ ਨਾ ਮੈਨੂੰ ਹੈ। ਤੇ ਤੁਸੀਂ ਦੇਖ ਲੈਣਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਮ ਪਬਲਿਕ ਵਾਸਤੇ ਕੋਈ ਗੱਲ ਨਹੀਂ ਰਹੇਗੀ। ਸਰ ਜਿੱਥੇ ਤੁਹਾਨੂੰ ਲੋਕ ਪਿਆਰ ਕਰਦੇ ਸੀਗੇ, ਉੱਥੇ ਇੱਕ ਚੀਜ਼ ਸੀਗੀ, ਤੁਹਾਨੂੰ ਕੈਪਟਨ ਅਮਰਿੰਦਰ ਜੋ ਕਿ ਮੁੱਖ ਮੰਤਰੀ ਸੀ ਉਹਨਾਂ ਦਾ ਵੀ ਚਹੇਤਾ ਕਿਹਾ ਗਿਆ ਸੀਗਾ। ਜੋ ਜ਼ਿੰਮੇਵਾਰੀ ਤੁਹਾਡੇ ਤੇ SIT ਦੇ ਨਾਮ ਤੇ ਸੌਂਪੀ ਗਈ ਸੀਗੀ, ਉਹ ਆਪਣੇ ਕਿਸੇ ਉਸੇ ਅਫਸਰ ਨੂੰ ਦੇ ਸਕਦੇ ਤੇ ਉਹ ਵਿਸ਼ਵਾਸ ਕਰਦੇ ਸਨ। ਅਖੀਰ ਵਿੱਚ ਜਿਵੇਂ ਹੋਇਆ, ਉੱਤੇ ਬੜੇ ਸਵਾਲ ਉੱਠਦੇ ਨੇ ਕਿ ਅਖੀਰ ਵਿੱਚ ਹੋਇਆ ਕੀ। ਸੋ ਉਹਨਾਂ ਬਾਰੇ ਮੈਂ ਕੁਝ ਪੁੱਛਣਾ ਚਾਹੁੰਦੀ ਹਾਂ ਕਿ ਉਹ ਜੋ SIT ਵਿੱਚ ਹਾਈ ਕੋਰਟ ਨੇ ਜੋ ਟਿੱਪਣੀ ਆਈ ਹੈ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਪੋਲੀਟੀਕਲ ਵੈਂਡੇਟਾ ਸੀ। ਕੀ ਕਦੀ ਤੁਹਾਡੇ ਇੰਨੇ ਕਰੀਬੀ ਹੋਣ ਦੇ ਕਾਰਨ ਉਹਨਾਂ ਨੇ ਤੁਹਾਨੂੰ ਕੋਈ ਆਦੇਸ਼ ਦਿੱਤੇ ਸੀ ਕਿ ਜਾਂ ਹੁਣ ਬਾਦਲਾਂ ਨੂੰ ਫੜ ਗਿਆ? ਇਹ ਤਾਂ ਸਾਰਿਆਂ ਨੂੰ ਪਤਾ ਹੈ। ਜਦੋਂ ਤੋਂ ਇਹ ਇਨਸੀਡੈਂਟ ਹੋਇਆ ਸੀ ਬਰਗਾੜੀ ਦੇ ਵਿੱਚ ਜਾਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੇਸ ਜੋ ਰਜਿਸਟਰ ਹੋਏ ਨੇ ਉਹ ਵੀ ਔਨ ਰਿਕਾਰਡ ਨੇ। ਬਹੁਤ ਸਾਰੇ ਐਸੇ ਇਨਸੀਡੈਂਟ ਹੋਏ ਨੇ ਬੇਅਦਬੀ ਦੇ ਜਿਹਨੂੰ ਰਿਕਾਰਡ ਨਹੀਂ ਕੀਤਾ ਗਿਆ, ਮਾਮਲਾ ਰਫਾ ਦਫਾ ਹੋ ਗਿਆ। ਉਦੋਂ ਵੀ ਸਾਰਿਆਂ ਨੂੰ ਪਤਾ ਸੀ ਕਿ ਇਹ ਕੌਣ ਕਰਾ ਰਿਹਾ ਹੈ। ਕਿਉਂ? ਉਸ ਤੋਂ ਪਹਿਲਾਂ ਵੀ ਨਹੀਂ ਹੋਇਆ, ਉਸ ਤੋਂ ਬਾਅਦ ਵੀ ਨਹੀਂ ਹੋਇਆ। ਉਹ ਇੱਕ ਮਹੀਨਾ ਸੀਗਾ, ਪਾਰਟਿਕੂਲਰ ਮਹੀਨਾ, ਉਸ ਦੌਰਾਨ ਬਹੁਤ ਸਾਰੇ ਇਨਸੀਡੈਂਟ ਹੋਏ।
ਤੇ ਪੰਜਾਬ ਦਾ ਬੱਚਾ ਜਾਣਦਾ ਹੈ ਕਿ ਕੀਤਾ ਕਿਸਨੇ ਤੇ ਕਰਾਇਆ ਕਿਸਨੇ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਹਾਂ। ਇਹ ਸਾਰੇ ਲੀਡਰ ਜੋ ਵੀ ਜਾਣਦੇ ਸੀਗੇ, ਇਹ ਸਾਰੇ ਬੋਲਦੇ ਸੀਗੇ ਕਿ ਇਹਦੇ ਵਿੱਚ ਫਲਾਣੇ ਵਿਅਕਤੀ ਦਾ ਫਲਾਣੇ, ਉਦੋਂ ਦੇ ਸੀਐਮ ਤੇ ਡਿਪਟੀ ਸੀਐਮ ਦਾ ਨਾਂ ਬਾਰ-ਬਾਰ ਆਉਂਦਾ ਸੀ। ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਉਸ ਰਿਪੋਰਟ ਦੇ ਵਿੱਚ ਵੀ ਇਹਨਾਂ ਦੇ ਰੋਲ ਦੇ ਬਾਰੇ ਕਾਫੀ ਕੁਝ ਜ਼ਿਕਰ ਸੀ। ਤੇ ਇਨਵੈਸਟੀਗੇਸ਼ਨ ਜੋ ਹੈ, ਇਨਵੈਸਟੀਗੇਸ਼ਨ ਦੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਦਿੱਤੀ ਜਾਂਦੀ ਹੈ ਜੋ ਮੈਜਿਸਟ੍ਰੇਟ ਦੀ ਅਦਾਲਤ ਹੁੰਦੀ ਹੈ ਡਿਸਟ੍ਰਿਕਟ। ਤੇ ਇੱਕ ਕੇਸ ਚੁੱਕੀ ਸੀਗਾ ਫਰੀਦਕੋਟ ਦਾ, ਤਾਂ ਫਰੀਦਕੋਟ ਦੀ ਜੋ ਇਲਾਕਾ ਮੈਜਿਸਟ੍ਰੇਟ ਦੀ ਕੋਰਟ ਹੁੰਦੀ ਹੈ, ਇਹ ਰਿਪੋਰਟ ਉੱਥੇ ਦਿੱਤੀ ਗਈ। ਸੈਸ਼ਨ ਟਰਾਇਲ ਕੇਸ ਸੀਗਾ ਤੇ ਇਸ ਕਰਕੇ ਇਹ ਸੈਸ਼ਨ ਕਮਿਟ ਹੋ ਕੇ ਫਰੀਦਕੋਟ ਦੇ ਸੈਸ਼ਨ ਅਦਾਲਤ ਦੇ ਵਿੱਚ ਗਿਆ। ਰਿਪੋਰਟ ਅੱਜ ਵੀ ਸੈਸ਼ਨ ਅਦਾਲਤ ਦੇ ਵਿੱਚ ਹੈ ਜਾਂ ਇਲਾਕਾ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਵਾਪਿਸ ਆ ਗਿਆ ਹੋਗਾ। ਉਸ ਰਿਪੋਰਟ ਨੂੰ ਕਿਸੇ ਨੇ ਦੇਖਿਆ ਨਹੀਂ, ਨਾ ਹੀ ਚੰਡੀਗੜ੍ਹੋਂ ਰਿਪੋਰਟ ਮੰਗਾਈ ਗਈ। ਸਿਨੋਪਸਿਸ ਜ਼ਰੂਰ ਹਰ ਪਾਸੇ ਟਰੈਵਲ ਹੋਈ, 10, 20, 50 ਪੇਜ ਦੀ ਜੋ ਸਿਨੋਪਸਿਸ ਹੈ ਉਹ ਆ ਸਕਦੀ ਹੈ। तो जो सिनॉप्सिस है उन्होंने रिपोर्ट नहीं किया जाएगा, क्योंकि जो स्टेटमेंट ऑफ विटनेसेस गवाहां दे बयान हुंदे ने, डॉक्यूमेंट्री एविडेंस ਤੁਸੀਂ कह रहे हो हाई कोर्ट ने पूरी रिपोर्ट पढ़े बिना ਤੁਹਾਡੇ ਤੇ ਏਡੀ ਵੱਡੀ ਟਿੱਪਣੀ कर दी। करती? नहीं मंगाई गई, वो रिपोर्ट आई ही नहीं, मतलब चंडीगढ़ ही नहीं आई। तो मैं बार बार अपने वकील साहिबान ਨੂੰ ਇਹ ਕਹਿੰਦਾ ਸੀ ਕਿ ਤੁਸੀਂ एविडेंस जरूर मंगा लो। ठीक है, मैं गलत हो सकता हूँ, लेकिन एविडेंस गलत नहीं हो सकता है, डॉक्यूमेंट्स गलत नहीं हो सकते। ਤੁਹਾਡੀ ਜਿਹੜੀ ਟੀਮ ਸੀ ਉਹਨਾਂ ਨੇ ਵੀ ਨਹੀਂ ਮੰਗਵਾਏ, ਨਾ ਅਦਾਲਤ ਵੱਲੋਂ ਇਹ ਮੰਗਿਆ ਗਿਆ ਕਿ ਪੂਰੀ ਰਿਪੋਰਟ ਸਾਨੂੰ ਲੈ? ਇਹ ਸਾਰਾ ਕੁਝ ਪ੍ਰੀ ਪਲਾਨ ਸੀਗਾ। ਤੇ ਇੱਕ ਤੁਸੀਂ ਇਹ ਗੱਲ ਕੀਤੀ ਕਿ ਕੈਪਟਨ ਸਾਹਿਬ ਨੇ ਹੋ ਸਕਦਾ ਹੈ ਕਿ ਮੇਰੇ ਤੇ ਦਬਾਅ ਪਾ ਕੇ, ਕਿਉਂਕਿ ਨਜ਼ਦੀਕੀ ਸੀਗੀ, ਮੈਨੂੰ ਨਹੀਂ ਪਤਾ ਹੈ ਕਿ ਮੈਨੂੰ ਕਿਉਂ ਇਸ ਟੀਮ ਦੇ ਵਿੱਚ ਰੱਖਿਆ ਗਿਆ ਸੀ, ਲੇਕਿਨ ਮੈਨੂੰ ਇਸ ਕਰਕੇ ਇਸ ਟੀਮ ਦੇ ਵਿੱਚ ਰੱਖਿਆ ਗਿਆ ਸੀ ਜੋ ਮੈਨੂੰ ਪਤਾ ਲੱਗਿਆ ਕਿ ਕਿਉਂਕਿ ਇਹ ਸਿੱਖ ਸੈਂਟੀਮੈਂਟਸ ਦੇ ਨਾਲ ਕਾਫੀ ਜ਼ਿਆਦਾ ਕਨੈਕਟਡ ਕੇਸ ਸੀਗਾ, ਜੁੜਿਆ ਹੋਇਆ ਮਸਲਾ ਸੀ। ਓਵਰਆਲ ਵੈਸੇ ਪੰਜਾਬੀਆਂ ਦੇ ਨਾਲ ਹੀ ਜੁੜਿਆ ਹੋਇਆ ਮਸਲਾ ਸੀ ਤੇ ਮਤਲਬ ਉਹਨਾਂ ਨੂੰ ਮੇਰੇ ਉੱਤੇ ਵਿਸ਼ਵਾਸ ਸੀਗਾ ਜੋ ਮੈਨੂੰ ਬਤਾਇਆ ਗਿਆ ਤੇ ਉਸ ਵਿਸ਼ਵਾਸ ਕਰਕੇ ਮੈਨੂੰ ਰੱਖਿਆ ਗਿਆ ਕਿ ਇਹ ਬੰਦਾ ਮਤਲਬ ਕਿਸੇ ਵੀ ਪ੍ਰਭਾਵ ਹੇਠ ਨਹੀਂ ਆਏਗਾ। ਤੁਸੀਂ ਗੱਲ ਕੀਤੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ, ਉਹਨਾਂ ਦਾ ਤੁਸੀਂ ਦੇਖੋਗੇ ਉਹਨਾਂ ਦੇ ਟਾਈਮ ਦੇ ਵਿੱਚ ਵੀ ਮੈਂ ਅੰਮ੍ਰਿਤਸਰ ਦੇ ਵਿੱਚ ਐਸਐਸਪੀ ਸੀਗਾ। ਤੁਸੀਂ ਇੱਕ ਕੋਈ ਕੇਸ ਹੀ ਦਿਖਾ ਦਿਓ ਕਿ ਉਹਨਾਂ ਦੇ ਕਹਿਣ ਤੇ ਮੈਂ ਕਾਂਗਰਸੀਆਂ ਦੇ ਖਿਲਾਫ ਕਰ ਦਿੱਤਾ, ਜਾਂ ਕਾਂਗਰਸ ਦੇ ਟੈਨਿਓਰ ਦੇ ਵਿੱਚ ਕੋਈ ਵੀ ਇੱਕ ਕੇਸ ਦਿਖਾ ਦਿਓ ਜੋ ਮੈਂ ਅਕਾਲੀ ਦਲ ਵਾਲਿਆਂ ਦੇ ਖਿਲਾਫ ਕਰ ਦਿੱਤਾ। ਜੋ ਅਕਾਲੀ ਦਲ ਵਾਲੇ ਨੇ ਉਹ ਵੀ ਪ੍ਰੇਜ ਕਰਦੇ ਸੀਗੇ, ਜੋ ਕਾਂਗਰਸ ਵਾਲੇ ਸੀਗੇ ਉਹ ਵੀ ਪ੍ਰੇਜ ਕਰਦੇ ਸੀਗੇ। ਤੇ ਖਾਸ ਕਰਕੇ ਮੈਨੂੰ ਕਿਹਾ ਜਾਂਦਾ ਸੀ ਕਿ ਇਹ ਆਪੋਜੀਸ਼ਨ ਦਾ ਅਫਸਰ ਹੈ, ਆਪੋਜੀਸ਼ਨ ਦਾ ਅਫਸਰ ਹੈ। ਕਿਉਂਕਿ ਇਹ ਰੂਲਿੰਗ ਪਾਰਟੀ ਦੇ ਪ੍ਰਭਾਵ ਹੇਠ ਮੈਂ ਨਹੀਂ ਆਉਂਦਾ ਸੀ। ਜੇਕਰ ਕੋਈ ਗਲਤ ਕੰਮ ਹੋਇਆ ਹੈ ਮੈਂ ਉਹਨੂੰ ਬਿਲਕੁਲ ਤੁਰੰਤ, ਮਤਲਬ ਕੋਈ ਨਜਾਇਜ਼ ਪਰਚਾ ਹੋ ਗਿਆ, ਕੁਝ ਹੋ ਗਿਆ, ਮੇਰੀ ਨੋਟਿਸ ਦੇ ਵਿੱਚ ਗੱਲ ਆ ਗਈ, ਮੈਂ ਤੁਰੰਤ ਉਹਨੂੰ ਮਤਲਬ ਜੋ ਵੀ ਕਾਰਵਾਈ ਬੰਦੀ ਹੈ ਮੈਂ ਕਰ ਦਿੰਦਾ ਸੀ। ਸਹੀ ਤੁਹਾਡੀ ਜੋ ਉੱਤੇ ਕੋਈ ਦਾਗ ਨਹੀਂ ਤਾਂ ਮਤਲਬ ਇਹ ਜਿਹੜਾ ਹੈ ਨਾ ਕਿ ਇਲਜ਼ਾਮ ਕਿ ਕੈਪਟਨ ਸਾਹਿਬ ਦੇ ਕਹਿਣ ਤੇ ਮੈਂ ਕੋਈ ਚੀਜ਼, ਕੈਪਟਨ ਸਾਹਿਬ ਦੇ ਕੋਲ ਤਾਂ ਰਿਪੋਰਟ ਤੱਕ ਨਹੀਂ ਗਈ। ਕੈਪਟਨ ਸਾਹਿਬ ਨੂੰ ਮੈਂ ਮਿਲਦਾ ਜ਼ਰੂਰ ਸੀਗਾ, ਲੇਕਿਨ ਸਿਰਫ ਇੱਕ ਕੰਮ ਵਾਸਤੇ ਮਿਲਦਾ ਸੀ ਕਿ ਜੋ ਸਾਡੀ ਲੀਗਲ ਟੀਮ ਹੈ ਉਹ ਕਮਜ਼ੋਰ ਹੈ। ਲੀਗਲ ਟੀਮ ਕਿਉਂਕਿ ਸਿਵਲ ਲਿਟੀਗੇਸ਼ਨ ਜਦੋਂ ਫਾਈਲ ਹੋਇਆ ਉਦੋਂ ਤੋਂ ਮੈਂ ਮਿਲਣਾ ਸ਼ੁਰੂ ਕਰ ਦਿੱਤਾ। ਸਰ ਬਾਅਦ ਵਿੱਚ ਉਹਨਾਂ ਨੇ ਆਪਣੀ ਜੋ ਤੁਸੀਂ ਬਿਕੋਜ਼ ਤੁਸੀਂ ਬੜੇ ਕਲੀਅਰਲੀ ਕਿਹਾ ਕਿ ਏਜੀ ਉਸ ਦਿਨ ਨਹੀਂ ਸੀਗਾ, ਮੈਡੀਕਲ ਲੀਵ ਤੇ ਸੀ, ਏਜੀ ਦੀ ਕਮਜ਼ੋਰੀ ਰਹੀ ਜਿਸ ਕਾਰਨ ਅਸੀਂ ਕੇਸ ਹਾਰੇ। ਬਟ ਇਹ ਕੈਪਟਨ ਅਮਰਿੰਦਰ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਬੈਸਟ ਲਾਇਰ ਜੋ ਦਿੱਲੀ ਦਾ ਹੈ ਉਸ ਨੂੰ ਹਾਇਰ ਕੀਤਾ ਔਰ ਕਾਫੀ ਐਕਸਪੈਂਸਿਵ ਲਾਇਰ, ਕਾਫੀ ਪੈਸੇ ਖਰਚੇ ਗਏ ਸਰਕਾਰ ਵੱਲੋਂ, ਔਰ ਏਜੀ ਦਾ ਕੰਮ ਹੀ ਨਹੀਂ ਸੀ, ਉਹਦੀ ਕੈਪੇਬਿਲਿਟੀ ਹੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੇ ਕੇਸ ਵਿੱਚ ਪੈਰਵੀ ਕਰ ਪਾਉਂਦੇ। ਜੇਕਰ ਸਟੇਟ ਦਾ ਸਭ ਤੋਂ ਇੰਪੋਰਟੈਂਟ ਕੇਸ ਹੋਵੇ ਤੇ ਏਜੀ ਦੀ ਕੈਪੇਬਿਲਿਟੀ ਨਹੀਂ ਹੈ ਤਾਂ ਕੀ ਉਸ ਨੂੰ ਏਜੀ ਰੱਖਣਾ ਚਾਹੀਦਾ ਹੈ? ਬਿਲਕੁਲ ਨਹੀਂ ਰੱਖਣਾ ਚਾਹੀਦਾ ਹੈ। ਸਟੇਟ ਗਵਰਨਮੈਂਟ ਕਹਿ ਰਹੀ ਹੈ ਕਿ ਇਹ ਨੰਬਰ 1 ਕੇਸ ਹੈ ਸਟੇਟ ਦੇ ਵਾਸਤੇ, ਪ੍ਰਾਇੋਰਿਟੀ ਨੰਬਰ 1 ਹੈ। ਪਹਿਲਾਂ ਵੀ ਏਜੀ ਦੀ ਕਾਰਜ ਪ੍ਰਣਾਲੀ ਤੇ ਸਵਾਲ ਉੱਠ ਚੁੱਕੇ ਨੇ, ਲੇਕਿਨ ਮੈਂ ਕੋਈ ਡਾਇਰੈਕਟ ਐਲੀਗੇਸ਼ਨ ਇਸ ਕਰਕੇ ਅੱਜ ਦੀ ਤਾਰੀਖ ਦੇ ਵਿੱਚ ਨਹੀਂ ਲਗਾ ਰਿਹਾ ਹਾਂ, ਕਿਉਂਕਿ ਜਦੋਂ ਬਿਆਨ ਆ ਗਿਆ ਤੁਸੀਂ ਦੇਖ ਚੁੱਕੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਏਜੀ ਦੇ ਮਤਲਬ ਸਟੈਂਡਰਡ ਦਾ ਇਹ ਕੇਸ ਨਹੀਂ ਸੀਗਾ, ਏਜੀ ਨੂੰ ਨਹੀਂ, ਇਹ ਤਾਂ ਸਿਵਲ ਲਿਟੀਗੇਸ਼ਨ ਸੀਗਾ। ਤੇ ਏਜੀ ਜੇਕਰ ਇੱਕ ਵਾਰ ਕਹਿ ਦਿੰਦੇ ਨੇ ਕਿ ਸਿਵਲ ਲਿਟੀਗੇਸ਼ਨ ਦੇ ਵਿੱਚ ਇਸ ਕੇਸ ਦਾ ਫੈਸਲਾ ਨਹੀਂ ਹੋ ਸਕਦਾ, ਕਿਉਂਕਿ ਚਲਾਨ ਅਦਾਲਤ ਦੇ ਵਿੱਚ ਹੈ, ਪ੍ਰੋਸੈਸ ਆਫ ਟਰਾਇਲ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਸੈਸ਼ਨ ਅਦਾਲਤ ਦੇ ਵਿੱਚ, ਇਸ ਕਰਕੇ ਇਹ ਟਰਾਇਲ ਕੋਰਟ ਦੇ ਵਿਜ਼ਡਮ ਤੇ ਛੱਡ ਦਿੱਤਾ ਜਾਵੇ। ਠੀਕ ਹੈ, ਗਵਾਹਾਂ ਦੇ ਬਿਆਨ ਹੋਣ ਤੋਂ ਬਾਅਦ ਸਾਡੇ ਹੋਰ ਜਿਹੜੇ ਡਾਕੂਮੈਂਟਰੀ ਐਵੀਡੈਂਸ ਸੀਗੇ ਉਹ ਵੇਖਣ ਤੋਂ ਬਾਅਦ ਜੇਕਰ ਟਰਾਇਲ ਕੋਰਟ ਕਿਸੇ ਨੂੰ ਸਜ਼ਾ ਕਰ ਦਿੰਦੀ, ਬਰੀ ਕਰ ਦਿੰਦੀ,
ਫਿਰ ਮੇਰੇ ਤੇ ਕੋਈ ਇਲਜ਼ਾਮ ਲਗਾਇਆ ਜਾ ਸਕਦਾ ਸੀ ਕਿ ਮੈਂ ਕਿਸੇ ਦੇ ਖਿਲਾਫ ਮਤਲਬ ਜ਼ਿਆਦਤੀ ਕੀਤੀ ਜਾਂ ਕੋਈ ਵੈਂਡੇਟਾ ਕੈਪਟਨ ਸਾਹਿਬ ਦੇ ਕਹਿਣ ਤੇ ਕਰ ਦਿੱਤਾ। ਟ੍ਰਾਇਲ ਕੋਰਟ ਦੇ ਵਿੱਚ ਮਤਲਬ ਉਹ ਹੋ ਜਾਂਦਾ। ਅੱਜ ਦੀ ਤਾਰੀਖ ਦੇ ਵਿੱਚ ਦੇਖੋ ਐਵੀਡੈਂਸ ਫਰੀਦਕੋਟ ਦੇ ਵਿੱਚ ਹੈ, ਫੈਸਲਾ ਆ ਰਿਹਾ ਹੈ ਚੰਡੀਗੜ੍ਹ ਤੋਂ। ਤੇ ਇਸ ਕਰਕੇ ਦੇਖੋ ਮੈਂ ਪੂਰੀ ਕਰ ਲੈਣਾ ਚਾਹੁੰਦਾ ਹਾਂ ਕਿ ਮੈਨੂੰ ਇਹ ਮਹਿਸੂਸ ਹੋਇਆ ਕਿ ਜੋ ਮਤਲਬ ਜਸਟਿਸ ਹੈ ਨਾ, ਇਹ ਡਿਨਾਈਲ ਆਫ ਜਸਟਿਸ ਦਾ ਸਿੱਧਾ ਇੱਕ ਐਗਜ਼ਾਮਪਲ ਹੈ, ਖਾਸ ਕਰਕੇ ਉਸ ਦੇ ਵਿੱਚ ਜਿਸ ਦੇ ਵਿੱਚ ਪੰਜਾਬੀਆਂ ਦੀਆਂ ਭਾਵਨਾਵਾਂ ਤੇ ਪੰਜਾਬ ਸਟੇਟ ਦੇ ਬਾਰੇ ਜੇਕਰ ਅਸੀਂ ਗੱਲ ਕਰਾਂਗੇ ਨਾ, ਤੇ ਰਾਈਟ ਫਰੋਮ ਦਾ ਡੇ ਆਫ ਐਗਜ਼ਿਸਟੈਂਸ ਆਫ ਪੰਜਾਬ, ਜਦੋਂ ਪੰਜਾਬ ਸਟੇਟ ਹੋਂਦ ਦੇ ਵਿੱਚ ਆਇਆ ਤੇ ਉਸ ਦਿਨ ਤੋਂ ਲੈ ਕੇ ਇਹ ਤੁਸੀਂ ਦੇਖੋਗੇ ਕਿ ਹਮੇਸ਼ਾ ਤੱਕ ਇਸ ਕੇਸ ਨੂੰ ਮਤਲਬ ਉਹ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਕਨੈਕਟ ਕਰਕੇ ਵੇਖਿਆ ਜਾਊਗਾ, ਕਿਉਂਕਿ ਜਸਟਿਸ ਡਿਨਾਈ ਹੋ ਗਿਆ ਹੈ ਇਸ ਕੇਸ ਦੇ ਵਿੱਚ। ਇਹਨਾਂ ਕੇਸਾਂ ਦੇ ਵਿੱਚ ਜੋ ਡਿਨਾਈਲ ਆਫ ਜਸਟਿਸ ਹੈ ਉਹ ਇੱਕ ਬਹੁਤ ਮਤਲਬ ਮੈਂ ਕਹਾਂਗਾ ਕਿ ਉਹ ਚੰਗੀ ਗੱਲ ਨਹੀਂ ਹੋਈ। ਬਿਲਕੁਲ ਸਰ, ਪਰ ਤੁਸੀਂ ਕਹਿੰਦੇ ਤੁਸੀਂ ਕੈਪਟਨ ਅਮਰਿੰਦਰ ਨੂੰ ਮਿਲਦੇ ਸੀਗੇ ਕਿ ਸਿਰਫ ਇਹ ਕਹਿਣ ਲਈ ਕਿ ਲੀਗਲ ਟੀਮ ਮੇਰੀ ਸਪੋਰਟ ਨਹੀਂ ਕਰ ਰਹੀ ਹੈ, ਕਿ ਉਹਨਾਂ ਵੱਲੋਂ ਕਦੀ ਕਿਹਾ ਨਹੀਂ ਗਿਆ ਕਿ ਲੀਗਲ ਟੀਮ ਨੂੰ ਮਤਲਬ ਇੰਨਾ ਪੈਸਾ ਖਰਚਾ ਜਾਣ ਤੋਂ ਕੁਛ ਗਿਆ? ਮੈਨੂੰ ਪੈਸਿਆਂ ਤੇ ਵੀ ਇਤਰਾਜ਼ ਸੀ, ਮੈਂ ਬੋਲਦਾ ਸੀ, ਕਿਉਂਕਿ ਹਰ ਬਿੱਲ ਨੂੰ ਸਰਟੀਫਾਈ ਕਰਨ ਵਾਸਤੇ ਮੈਨੂੰ ਕਿਹਾ ਜਾਂਦਾ ਸੀ, ਹਰ ਬਿੱਲ ਮੇਰੇ ਕੋਲ ਆਉਂਦਾ ਸੀ, ਲੇਕਿਨ ਮੈਂ ਤਾਂ ਵਕੀਲ ਨਹੀਂ ਕੀਤਾ ਸੀ ਨਾ, ਮੈਂ ਉਹਨਾਂ ਵਕੀਲਾਂ ਨੂੰ ਨਹੀਂ ਜਾਣਦਾ ਸੀ ਕਿ ਇਹ ਕੌਣ ਵਕੀਲ ਨੇ, ਉਹ ਐਡਵੋਕੇਟ ਜਨਰਲ ਸਾਹਿਬ ਨੇ ਰੱਖੇ ਸੀਗੇ। ਤੇ ਮੈਂ ਤਾਂ ਇਹ ਕਹਾਂਗਾ ਕਿ ਵਕੀਲ ਕਿੰਨਾ ਵੀ ਕੰਪੀਟੈਂਟ ਕਿਉਂ ਨਾ ਹੋਵੇ, ਜੇਕਰ ਕੇਸ ਦੀ ਸਮਝ ਹੋਊਗੀ ਤਾਂ ਹੀ ਉਹ ਬਹਿਸ ਕਰ ਸਕਦੇ ਨੇ। ਤੇ ਮੈਂ ਬਹੁਤ ਜ਼ਿਆਦਾ, ਕਿਉਂਕਿ ਇਹ ਕੇਸ ਹੁਣ ਖਰਾਬ ਹੋ ਗਿਆ, ਮੈਂ ਕਿਸੇ ਉਹਨਾਂ ਵਕੀਲ ਸਾਹਿਬਾਨ ਤੇ ਵੀ ਮੈਂ ਕੋਈ ਬਹੁਤ ਜ਼ਿਆਦਾ ਮਤਲਬ ਇਹ ਨਹੀਂ ਕਹਾਂਗਾ ਕਿ ਉਹਨਾਂ ਨੇ ਗਲਤ ਕੀਤਾ, ਇਹ ਕੀਤਾ। ਉਸ ਕੇਸ ਦੇ ਵਿੱਚ ਜਾਣਾ ਜ਼ਰੂਰੀ ਹੁੰਦਾ ਹੈ। ਇੱਥੇ ਤਾਂ ਮੈਰਿਟ ਪਰ ਬਹਿਸ ਹੋਈ ਹੀ ਨਹੀਂ ਹੈ। ਜੇਕਰ ਮੰਨ ਲਓ ਮੈਰਿਟ ਤੇ ਬਹਿਸ ਹੁੰਦੀ ਨਾ, ਤੇ ਇੱਕ ਤਰੀਕੇ ਦੇ ਨਾਲ ਟ੍ਰਾਇਲ ਹੁੰਦਾ, ਐਵੀਡੈਂਸ ਨੰਬਰ 1 ਮਤਲਬ ਜੋ ਗਵਾਹ ਹੈ, ਵਿਟਨੈਸ ਨੰਬਰ 1 ਵਿਟਨੈਸ ਨੰਬਰ 2, ਇਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਬਹੁਤ ਸਾਰੇ ਵਿਟਨੈਸ ਸੀਗੇ ਕੇਸ ਦੇ ਵਿੱਚ। ਇਸ ਜੋ ਜਜਮੈਂਟ ਆਈ ਉਸ ਤੋਂ ਬਾਅਦ ਕੁਝ ਇਲਜ਼ਾਮ ਤੁਹਾਡੇ ਤੇ ਵੀ ਲੱਗਦੇ, ਜੋ ਮੈਂ ਪੁੱਛਣਾ ਚਾਹੁੰਦੀ ਹਾਂ। ਇਹ ਕਿਹਾ ਜਾਂਦਾ ਹੈ ਇੱਕ IG ਲੈਵਲ ਦਾ ਤੁਹਾਡਾ ਜਿਹਦਾ ਇੰਨਾ ਲੰਬਾ ਅਰਸਾ ਕਰੀਅਰ ਰਿਹਾ ਹੋਵੇ, ਉਸਨੇ ਜਦ ਰਿਪੋਰਟ ਪੇਸ਼ ਕੀਤੀ, ਉਹਦੇ ਵਿੱਚ ਜਦ ਬਾਕੀ SIT ਦੇ ਮੈਂਬਰ ਨੇ ਸਾਈਨ ਨਹੀਂ ਕੀਤਾ, ਉਹ ਰਿਪੋਰਟ ਕਿਉਂ ਪੇਸ਼ ਕੀਤੀ? ਉਸ ਵਕਤ ਕੈਪਟਨ ਅਮਰਿੰਦਰ ਨੂੰ ਕਿਉਂ ਨਹੀਂ ਦੱਸਿਆ ਗਿਆ ਕਿ ਵੀ ਇਹ ਰਿਪੋਰਟ ਰਿਜੈਕਟ ਹੋ ਸਕਦੀ ਹੈ, ਸਾਡੀ ਲੂਪ ਹੋਲ ਹੈਗੀ ਹੈ? ਨਹੀਂ, ਦੇਖੋ ਆਜ਼ਾਦੀ ਤੋਂ ਪਹਿਲਾਂ ਮੈਂ ਕਈ ਵਾਰੀ ਬੋਲ ਚੁੱਕਿਆ ਹਾਂ, ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਕੋਈ ਵੀ ਐਸੀ ਰਿਪੋਰਟ ਤੁਸੀਂ ਦਿਖਾ ਦਿਓ ਜਿਹਦੇ ਵਿੱਚ ਇੱਕ ਤੋਂ ਵੱਧ ਅਫਸਰਾਂ ਦੇ ਸਾਈਨ ਹੋਣਗੇ, ਜੋ ਕਿਹਾ ਗਿਆ ਹੈ ਕਿ ਸਾਰੇ ਅਫਸਰਾਂ ਦਾ ਸਿਗਨੇਚਰ ਹੋਊਗਾ, ਤੇ ਫਸਟ ਐਗਜ਼ਾਮਪਲ ਹੋਗਾ ਕਿ ਇੱਕ ਚਲਾਨ ਦੇ ਉੱਤੇ ਇੱਕ ਤੋਂ ਵੱਧ ਅਫਸਰ ਦੇ ਸਾਈਨ ਹੋਣਗੇ, ਜੋ ਨਵੀਂ ਸਿੱਟ ਦੇਗੀ, ਜਿਨ੍ਹਾਂ ਨੂੰ ਡਾਇਰੈਕਸ਼ਨ ਦਿੱਤਾ ਗਿਆ ਹੈ ਜੇਕਰ ਉਹ ਚਲਾਨ ਕਰਦੇ ਨੇ, ਚਲਾਨ ਦੇ ਉੱਤੇ ਹਮੇਸ਼ਾ ਇੱਕ ਅਫਸਰ ਦਾ ਹੀ ਸਾਈਨ ਹੁੰਦਾ ਹੈ। मैं भी जो रिपोर्ट दी थी कोई एक रिपोर्ट नहीं है, रिपोर्ट 1 2 3 4 ਇਹ ਚਲਾਨ ਤੇ ਸਪਲੀਮੈਂਟਰੀ ਚਲਾਨ ਹੈ ਅਦਾਲਤ ਦੇ ਵਿੱਚ। ਇਹ ਨਾ ਤਾਂ ਸਰਕਾਰ ਨੂੰ ਨਾ ਹੀ ਮਾਨਯੋਗ ਹਾਈ ਕੋਰਟ ਨੂੰ ਕੋਈ ਰਿਪੋਰਟ ਮੇਰੇ ਵੱਲੋਂ ਨਹੀਂ ਦਿੱਤੀ ਗਈ ਹੈ। ਤੇ ਜੋ ਚਲਾਨ ਹੁੰਦਾ ਹੈ ਇੱਕ ਅਫਸਰ ਦਾ ਸਾਈਨ ਹੁੰਦਾ ਹੈ, ਉਹਦੇ ਵਿੱਚ ਮੈਂ ਸਾਈਨ ਨਹੀਂ ਕਰਦਾ, ਜੇਕਰ SHO ਉਸ ਪੁਲਿਸ ਸਟੇਸ਼ਨ ਦਾ ਸਾਈਨ ਕਰ ਦਿੰਦਾ ਤਾਂ ਵੀ ਉਹਦੀ ਉਨੀ ਹੀ ਵੈਲਿਊ ਰਹਿਣੀ ਸੀ। ਦੂਸਰੀ ਗੱਲ ਜੋ ਕਹੀ ਗਈ ਕਿ ਕੈਪਟਨ ਸਾਹਿਬ ਨੂੰ ਨਹੀਂ ਸੀ ਪਤਾ, ਦੇਖੋ ਉਹਨਾਂ ਨੂੰ ਪਤਾ ਹੈ ਕਿ ਚਲਾਨ ਦੇ ਉੱਤੇ ਇੱਕ ਅਫਸਰ ਦਾ ਹੀ ਸਾਈਨ ਹੁੰਦਾ ਹੈ। ਫਿਰ ਜਦੋਂ ਚਲਾਨ ਦੇ ਦਿੱਤਾ ਗਿਆ ਜਾਂ ਜਦੋਂ ਚਲਾਨ ਦਿੱਤਾ ਜਾਂਦਾ ਹੈ ਤਾਂ ਸਰਕਾਰ ਵੱਲੋਂ ਇੱਕ ਆਰਡਰ ਮਤਲਬ ਉਹਦੇ ਨਾਲ ਹੋਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਪੁਲਿਸ ਦੇ ਅਫਸਰ ਸੀਗੇ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਤਾਂ ਫਾਈਲ ਸਾਰੀ ਸਰਕਾਰ ਦੇ ਕੋਲ ਜਾਂਦੀ ਹੈ। ਨਵੀਂ ਸਿੱਟ ਨੇ ਵੀ ਭਾਵੇਂ ਕਹਿ ਦਿੱਤਾ ਗਿਆ ਹੈ ਕਿ ਨਵੀਂ ਸਿੱਟ ਸਿੱਧਾ ਅਦਾਲਤ ਨੂੰ ਰਿਪੋਰਟ ਕਰੇਗੀ, ਅਸੀਂ ਵੀ ਸਿੱਧਾ ਅਦਾਲਤ ਨੂੰ ਰਿਪੋਰਟ ਕੀਤਾ ਸੀ। ਰਿਪੋਰਟ ਕਰਨ ਤੋਂ ਪਹਿਲਾਂ ਤੱਕ ਕੋਈ ਰਿਪੋਰਟ ਦਾ ਇੱਕ ਪੇਜ ਵੀ, ਇੱਕ ਪੈਰਾਗ੍ਰਾਫ ਵੀ ਸਰਕਾਰ ਦੇ ਕੋਲ ਨਹੀਂ ਸੀਗਾ। ਠੀਕ ਹੈ, ਜੋ ਸੁਪਰਵਿਜ਼ਨ ਕਰਦੇ ਸੀਗੇ ਅਫਸਰ, ਸੀਨੀਅਰ ਅਫਸਰ, ਉਹਨਾਂ ਦੇ ਕੋਲ ਸਾਰਾ ਕੁਝ ਰਹਿੰਦਾ ਸੀ, ਲੇਕਿਨ ਸਰਕਾਰ ਦੇ ਕੋਲ ਕੁਝ ਵੀ ਨਹੀਂ ਸੀਗਾ। ਅਸੀਂ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਕਰਕੇ ਮਤਲਬ ਜਦੋਂ ਚਲਾਨ ਦੇ ਰਹੇ ਸੀਗੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਭੇਜ ਰਹੇ ਹਾਂ। ਇਹਦੇ ਵਿੱਚ ਪ੍ਰੋਸੀਕਿਊਸ਼ਨ ਸੈਂਕਸ਼ਨ ਦੀ ਲੋੜ ਪੈਂਦੀ ਹੈ 197 CRPC ਦੇ ਤਹਿਤ। ਉਦੋਂ ਹੋਮ ਡਿਪਾਰਟਮੈਂਟ ਵੱਲੋਂ ਸਾਰਾ ਐਵੀਡੈਂਸ, ਸਾਰੇ ਪ੍ਰੋਸੈਸ ਨੂੰ ਚੈੱਕ ਕੀਤਾ ਜਾਂਦਾ ਹੈ। ਇੱਥੇ ਵੀ ਬਹੁਤ ਮਾਹਿਰ ਵਕੀਲਾਂ ਦੀ ਟੀਮ ਹੁੰਦੀ ਹੈ ਜੋ ਚੈੱਕ ਕਰਦੀ ਹੈ ਸਾਰਾ ਕੁਝ। ਚੈੱਕ ਕਰਨ ਉਪਰੰਤ ਜੇਕਰ ਸਹੀ ਸਾਰਾ ਕੁਝ ਠੀਕ ਹੈ ਤਾਂ ਹੀ ਉਹ ਕਨਕਰੈਂਸ ਦਿੱਤਾ ਜਾਂਦਾ ਹੈ, ਐਸੈਂਟ ਦਿੱਤਾ ਜਾਂਦਾ ਹੈ, ਇੱਕ ਲੈਟਰ ਨਿਕਲਦਾ ਹੈ। ਲੈਟਰ ਦੀ ਕਾਪੀ ਵੀ ਤੁਸੀਂ ਦੇਖ ਸਕਦੇ ਹੋ, ਉਹਦੇ ਨਾਲ ਹੀ ਰਿਪੋਰਟ ਦੇ ਨਾਲ ਹੈ। ਸੋ ਹਰ ਪ੍ਰੋਟੋਕਾਲ ਨੂੰ ਫੋਲੋ ਕੀਤਾ ਗਿਆ, ਸਾਰਾ ਚੀਜ਼ ਦੇਖੋ। ਸਰ ਇਹ ਵੀ ਕਿਹਾ ਤੁਸੀਂ ਨਹੀਂ ਤਾਂ ਸਪਲੀਮੈਂਟਰੀ ਪੂਰੀ ਕਰ ਲੈਂਦੇ, ਇਹ ਬਹੁਤ ਇੰਪੋਰਟੈਂਟ, ਇਕੱਠੀ ਕਰ ਦੇਣਾ, ਇਕੱਠੀ ਪੂਰੀ ਕਰ ਦੇਣਾ, ਨਹੀਂ ਬਹੁਤ ਇੰਪੋਰਟੈਂਟ ਹੈ, ਮੈਨੂੰ ਕਹਿਣ ਦਿਓ।
ਕਿ ਜੇਕਰ 197 ਦਾ ਸੈਂਕਸ਼ਨ ਨਹੀਂ ਹੁੰਦਾ, ਸਰਕਾਰ ਵੱਲੋਂ ਜੋ ਇੱਕ ਲੈਟਰ ਜਾਰੀ ਕੀਤਾ ਜਾਂਦਾ ਹੈ ਉਹ ਅਦਾਲਤ ਦੇ ਵਿੱਚ ਦਿੱਤਾ ਜਾਂਦਾ ਹੈ। ਜਦੋਂ ਉਹ ਲੈਟਰ ਨਾ ਹੋਵੇ ਨਾ ਤਾਂ ਅਦਾਲਤ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਹੈ। ਤੇ ਉਹ ਜੋ ਸਰਕਾਰ ਵੱਲੋਂ ਲੈਟਰ ਜਾਰੀ ਹੋਇਆ ਸੀ ਕਿ ਇਹ ਜਿਹੜਾ ਕੇਸ ਹੈ ਕਾਬਿਲੇ ਟਰਾਇਲ ਹੈ, ਟਰਾਇਲ ਦੇ ਲਾਇਕ ਹੈ ਕੇਸ। ਫਿਰ ਜਦੋਂ ਅਸੀਂ ਅਦਾਲਤ ਦੇ ਵਿੱਚ ਆਪਣਾ ਚਲਾਨ ਜਦੋਂ ਦਿੱਤਾ ਸੀ ਉਦੋਂ ਵੀ ਕਿੰਤੂ ਪਰੰਤੂ ਲੋਕਾਂ ਨੇ ਕਾਫੀ ਕੀਤੀ ਸੀ ਕਿ ਇੱਕ ਬੰਦੇ ਦਾ ਸਿਗਨੇਚਰ ਹੈ ਜੀ, ਕਈ ਅਫਸਰ ਨੇ ਉਹਨਾਂ ਦੀ ਸਹਿਮਤੀ ਨਹੀਂ ਹੈ। ਉੱਥੇ ਕਾਫੀ ਕੁਝ ਬਹਿਸ ਵੀ ਹੋਈ ਸੀ ਕੋਰਟ ਦੇ ਵਿੱਚ ਵੀ, ਮਤਲਬ ਸੈਸ਼ਨ ਕੋਰਟ ਦੇ ਵਿੱਚ ਵੀ। ਤੇ 15/11/2019 ਨੂੰ ਇਹ ਸਾਰੇ ਆਬਜੈਕਸ਼ਨ ਓਵਰ ਰੂਲ ਹੋ ਗਏ ਸੀ। ਕੋਰਟ ਨੇ ਇਹ ਕਹਿ ਦਿੱਤਾ ਸੀ ਕਿ ਜੇਕਰ ਮੰਨ ਲਓ ਕਿਸੇ ਅਫਸਰ ਦੀ ਸਹਿਮਤੀ ਨਹੀਂ ਹੈ ਤਾਂ ਤੁਸੀਂ ਉਹਨਾਂ ਦਾ ਬਿਆਨ ਕਰਾ ਦੇਣਾ ਲਿਆ ਕੇ ਅਦਾਲਤ ਦੇ ਵਿੱਚ। ਲੇਕਿਨ ਇਸ ਚਲਾਨ ਦੇ ਵਿੱਚ, ਇਸ ਰਿਪੋਰਟ ਦੇ ਵਿੱਚ ਕੋਈ ਵੀ ਐਰਰ ਨਹੀਂ ਹੈ, ਕੋਈ ਵੀ ਕਮੀ ਨਹੀਂ ਹੈ। ਤੇ ਇਸ ਕਰਕੇ ਇਸ ਸਟੇਜ ਤੇ ਮੰਨ ਲਓ ਲੋਅਰ ਕੋਰਟ ਦੇ ਵਿੱਚ ਜੋ ਇਲਾਕਾ ਮੈਜਿਸਟ੍ਰੇਟ ਦੀ ਕੋਰਟ ਹੁੰਦੀ ਹੈ, ਉਸ ਕੋਰਟ ਦੇ ਵਿੱਚ ਵੀ ਰਿਪੋਰਟ ਬਿਲਕੁਲ ਠੀਕ ਠਾਕ। ਜਦੋਂ ਰਿਪੋਰਟ ਦੇ ਵਿੱਚ ਕੋਈ ਗਲਤੀ ਹੁੰਦੀ ਉਹਨਾਂ ਨੂੰ ਵੀ ਤਾਂ ਪਤਾ ਸੀ ਨਾ ਕਿ ਇੱਕ ਇਨਵੈਸਟੀਗੇਸ਼ਨ ਟੀਮ ਕਰ ਰਹੀ ਹੈ, ਲੇਕਿਨ ਟੀਮ ਦਾ ਕੋਈ ਇੱਕ ਮੈਂਬਰ ਜਾਂ SHO ਉਸ ਥਾਣੇ ਦਾ ਕੋਈ ਵੀ ਸਿਗਨੇਚਰ ਕਰਕੇ ਦੇ ਦਿੰਦਾ ਹੈ ਤਾਂ ਉਸ ਕੋਰਟ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਹੈ। ਉੱਥੇ ਕਿੰਤੂ ਪਰੰਤੂ ਹੋ ਜਾਣਾ ਸੀ। ਦੋਸ਼ੀਆਂ ਦੇ ਵਕੀਲਾਂ ਨੇ ਕਿੰਤੂ ਪਰੰਤੂ ਕੀਤੀ ਵੀ, ਲੇਕਿਨ ਉਹਨਾਂ ਦਾ ਜੋ ਵੀ ਆਬਜੈਕਸ਼ਨ ਸੀ ਉਹ ਓਵਰ ਰੂਲ ਹੋ ਗਿਆ, ਉਹ ਐਕਸੈਪਟ ਨਹੀਂ ਹੋਇਆ ਕਿਉਂਕਿ ਚਲਾਨ ਬਿਲਕੁਲ ਦਰੁਸਤ ਗਿਆ ਸੀ। ਤੇ ਲੇਟਰ ਸਟੇਜ ਤੇ ਤੁਸੀਂ ਕਹੋ ਜਦੋਂ ਸਰਕਾਰ ਨੇ ਉਸ ਰਿਪੋਰਟ ਨੂੰ ਓਕੇ ਕਰ ਦਿੱਤਾ, ਉਸ ਦੇ ਉੱਤੇ ਆਪਣੇ ਸਾਰਾ ਕੁਝ ਦੇ ਦਿੱਤਾ, ਉਸ ਤੋਂ ਬਾਅਦ ਤੁਸੀਂ ਕਹੋ ਕਿ ਇੱਕ ਦਾ ਸਿਗਨੇਚਰ ਹੈ ਜਾਂ ਇਹ ਕਮੀ ਹੈ, ਉਹ ਕਮੀ ਹੈ। ਕਮੀ ਜੇਕਰ ਹੁੰਦੀ ਤਾਂ ਉਦੋਂ ਹੀ ਪੁਆਇੰਟ ਆਊਟ ਕਰ ਸਕਦੇ ਸੀਗੇ। ਸਰ ਇੱਕ ਕਮੀ ਹੋਰ ਵੀ ਚੁੱਕੀ ਜਾਂਦੀ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਹ ਤਿਆਰੀ ਕਰ ਰਹੇ ਸੀ ਸਿਆਸਤ ਵਿੱਚ ਆਉਣ ਲਈ, ਇਸ ਲਈ ਉਹਨਾਂ ਨੇ ਆਪਣਾ ਜਾਣਬੁੱਝ ਕੇ ਕੇਸ ਕਮਜ਼ੋਰ ਕੀਤਾ। ਉਹਨਾਂ ਨੇ ਜਿਸ ਤੁਸੀਂ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੇ ਤੁਸੀਂ ਨਾਮ ਨਹੀਂ ਪਾਏ ਜਾਂ ਸਪਲੀਮੈਂਟਰੀ ਚਾਰਜ ਸ਼ੀਟ ਦੀ ਜੋ ਇੱਕ ਲੀਗਲ ਪਰਿਭਾਸ਼ਾ ਹੁੰਦੀ ਉਹਦੀ ਲੋੜ ਨਹੀਂ ਸੀ, 9 ਹੋਰ ਚਲਾਨ ਭਰਨ ਦੀ ਲੋੜ ਨਹੀਂ ਸੀ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਮਤਲਬ ਇਹ ਤੁਹਾਡੇ ਤੇ ਇਲਜ਼ਾਮ ਦੇਖੋ ਦੋਸ਼ੀ ਹੈ ਨਾ, ਕੋਈ ਦੋਸ਼ੀ ਹੈ ਔਰ ਇੰਨੇ ਵੱਡੇ ਕੇਸ ਦੇ ਵਿੱਚ ਜੋ ਕਿ ਮਤਲਬ ਇੱਕ ਤਰੀਕੇ ਦੇ ਨਾਲ ਦੇਖੋ ਆਮ ਪਬਲਿਕ ਦਾ ਸੈਂਟੀਮੈਂਟਲ ਐਕਸਪਲੋਇਟੇਸ਼ਨ ਕੀਤਾ ਵੀ ਜਾ ਰਿਹਾ ਹੈ, ਜਾਣਬੁੱਝ ਕੇ ਕੀਤਾ ਗਿਆ ਹੈ। ਦੋਸ਼ੀ ਕੌਣ ਹੈ? ਤੁਸੀਂ ਕਿਸੇ ਬੇਅਦਬੀ ਦਾ ਦੋਸ਼ੀ ਕੌਣ ਹੈ? ਇੱਕ ਬੱਚੇ ਨੂੰ ਵੀ ਜਾ ਕੇ ਪੁੱਛ ਲਓ। ਫਾਇਰਿੰਗ ਦਾ ਦੋਸ਼ੀ ਕੌਣ ਹੈ? ਇੱਕ ਬੱਚੇ ਨੂੰ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ। ਰਹਿ ਗਈ ਗੱਲ ਐਵੀਡੈਂਸ ਦੀ, ਅਸੀਂ ਤਾਂ ਐਵੀਡੈਂਸ ਵੀ ਲਿਆ ਕੇ ਰੱਖ ਦਿੱਤੀ। ਉਸ ਐਵੀਡੈਂਸ ਨੂੰ ਜੇਕਰ ਅਦਾਲਤ ਦੇ ਵਿੱਚ ਰੱਖਿਆ ਜਾਂਦਾ, ਠੀਕ ਹੈ, ਤੇ ਫਿਰ ਉਹ ਮਤਲਬ ਉਹ ਐਪਰੀਸ਼ੀਏਟ ਨਹੀਂ ਹੁੰਦਾ, ਫਿਰ ਮੇਰੀ ਜ਼ਿੰਮੇਵਾਰੀ ਤੁਸੀਂ ਲਗਾ ਸਕਦੇ ਸੀ, ਠੀਕ ਹੈ। ਉਹਨਾਂ ਗਵਾਹਾਂ ਦੇ ਬਿਆਨ ਹੋ ਜਾਂਦੇ ਉਸ ਤੋਂ ਬਾਅਦ, ਕਿਉਂਕਿ ਮੈਂ ਗਵਾਹਾਂ ਦੇ ਬਿਆਨ ਤੇ ਜੋ ਅਸੀਂ ਐਵੀਡੈਂਸ ਕਲੈਕਟ ਕੀਤੇ, ਮੈਨੂੰ ਬਸ 1 ਸੈਕਿੰਡ ਪੂਰਾ ਕਰ ਲੈਣ ਦਿਓ। ਉਸ ਤੋਂ ਬਾਅਦ ਮਤਲਬ ਕੋਈ ਕਹਿ ਸਕਦਾ ਸੀ ਠੀਕ ਹੈ ਮੈਨੂੰ ਸਿਆਸਤ ਦੇ ਵਿੱਚ ਜਾਣਾ ਸੀ, ਮੈਨੂੰ ਨਹੀਂ ਜਾਣਾ ਸੀ। ਦੇਖੋ ਮੈਂ ਜਦੋਂ ਤੋਂ ਨੌਕਰੀ ਦੇ ਵਿੱਚ ਆਇਆ 3-4 ਸਾਲ ਬਾਅਦ ਹਰੇਕ ਪਾਰਟੀਆਂ ਵਾਲੇ ਮੇਰੇ ਕੋਲ ਆਉਂਦੇ ਸੀਗੇ ਕਿ ਤੁਸੀਂ ਤਾਂ ਮਤਲਬ ਸਿਆਸਤ ਕਰ ਲਓ, ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਓ। ਸਾਡੀ ਇਹ ਉਹਨਾਂ ਦਾ ਹੀ ਸੀਗਾ, ਉਹੀ ਮਤਲਬ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਕਰਦੇ ਸੀਗੇ। ਕੋਈ ਵੀ ਲੀਡਰ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹਾਂ, ਭਾਵੇਂ ਉਹ ਕਾਂਗਰਸ ਦਾ ਹੈ, ਅਕਾਲੀ ਦਲ ਦਾ ਹੈ, BJP ਦਾ ਹੈ, ਇਹ ਤਾਂ ਸਾਰੇ ਜਦੋਂ ਇਲੈਕਸ਼ਨ ਹੁੰਦਾ ਸੀ ਉਦੋਂ ਦੇਖੋ ਅਫਸਰ ਤਾਂ ਜਾਂਦੇ ਰਹੇ ਨੇ ਉਹਦੇ ਵਿੱਚ ਸਿਆਸਤ ਦੇ ਵਿੱਚ, ਤਾਂ ਮੈਨੂੰ ਵੀ ਅਪਰੋਚ ਕੀਤਾ ਜਾਂਦਾ ਸੀ, ਠੀਕ ਹੈ। ਤੇ ਸਿਆਸਤ ਦੇ ਵਿੱਚ ਕਿਸ ਨੂੰ ਜਾਣਾ ਹੈ, ਕਦੋਂ ਜਾਣਾ ਹੈ, ਇਸ ਦੇ ਵਾਸਤੇ ਇੱਕ ਕੇਸ ਦਾ ਸਹਾਰਾ ਤਾਂ ਨਹੀਂ ਲਿਆ ਜਾ ਸਕਦਾ ਹੈ ਨਾ। ਮੈਂ ਅੱਜ ਵੀ ਇਹੀ ਚੈਲੰਜ ਕਰਦਾ ਹਾਂ, ਕੋਈ ਵੀ ਵਕੀਲ ਹੋਵੇ ਜਾਂ ਕੋਈ ਵੀ ਕਾਨੂੰਨ ਦਾ ਮਾਹਿਰ ਵਿਅਕਤੀ ਹੋਵੇ, ਉਹਨਾਂ ਨੂੰ ਬੁਲਾਓ ਤੇ ਮੇਰਾ ਐਵੀਡੈਂਸ ਤੇ ਮੇਰੀ ਰਿਪੋਰਟ ਉਹ ਸਾਰਾ ਇਕੱਠਾ ਕਰ ਦਿਓ। ਕਿਸੇ ਇੱਕ ਲਾਈਨ ਤੇ ਕੋਈ ਚੈਲੰਜ ਕਰ ਦੇਵੇ ਤਾਂ ਫਿਰ ਮੈਨੂੰ ਪੁੱਛੋ, ਕਿਉਂਕਿ ਦੇਖੋ ਮੈਂ ਕਿੱਥੇ ਜਾਣਾ ਹੈ ਨਾ, ਦੇਖੋ ਮੈਨੂੰ ਸਿਆਸਤ ਦੇ ਵਿੱਚ ਜਾਣਾ ਹੈ ਕਿ ਨਹੀਂ ਜਾਣਾ ਹੈ, ਲੇਕਿਨ ਉਸ ਰਿਪੋਰਟ ਦੇ ਆਧਾਰ ਤੇ ਬਹਿਸ ਕਰੋ। ਤੁਸੀਂ ਰਿਪੋਰਟ ਦੇ ਵਿੱਚ ਕੋਈ ਕਮੀ ਹੈ, ਰਿਪੋਰਟ ਦੇ ਵਿੱਚ ਕੋਈ ਐਸੀ ਚੀਜ਼ ਲਿਖੀ ਹੋਈ ਹੈ ਜਿਸ ਦੇ ਬਾਰੇ ਐਵੀਡੈਂਸ ਨਹੀਂ ਹੈ, ਫਿਰ ਮੇਰੀ ਜ਼ਿੰਮੇਵਾਰੀ ਤੁਸੀਂ ਲਗਾ ਸਕਦੇ ਹੋ। ਬਿਲਕੁਲ, ਮੈਂ ਇੱਥੇ ਆ ਰਹੀ ਹਾਂ। ਜੋ ਟਿੱਪਣੀ ਅਦਾਲਤ ਵੱਲੋਂ ਤੁਹਾਡੇ ਜਾਂਚ ਤੇ ਕੀਤੀ ਗਈ ਹੈ, ਬੇਹੂਦਾ ਤਰਕਹੀਣ, ਕਾਫੀ ਤਿੱਖੇ ਅਲਫਾਜ਼, ਮੈਂ ਅੱਜ ਤੱਕ ਉਸ ਆਰਡਰ ਨੂੰ ਮੈਂ ਪੜ੍ਹ ਨਹੀਂ ਸਕਿਆ ਹਾਂ। ਜਿਸ ਦਿਨ ਇਹ ਆਰਡਰ ਮੈਨੂੰ ਦੱਸਿਆ ਗਿਆ ਨਾ ਕਿ ਤੇ ਅਖਬਾਰ ਦੇ ਵਿੱਚ ਆਇਆ, ਮੇਰੇ ਅੰਦਰ ਬਗਾਵਤ ਦੀ ਭਾਵਨਾ ਉਤਪੰਨ ਹੋ ਗਈ ਸੀਗੀ। ਮੈਂ ਉਸ ਦਿਨ ਤੋਂ ਮਤਲਬ ਹੋਸ਼ ਦੇ ਵਿੱਚ ਨਹੀਂ ਸੀਗਾ। ਜੋ ਮੇਰੇ ਉੱਤੇ ਇਲਜ਼ਾਮ ਜਿਸ ਤਰੀਕੇ ਦੇ ਲਗਾਏ ਗਏ ਅੱਜ ਤੱਕ ਮੈਂ ਪੜ੍ਹ ਨਹੀਂ ਸਕਿਆ ਹਾਂ, ਲੇਕਿਨ ਮੈਂ ਚੈਲੰਜ ਕਰਨ ਵਾਲਾ ਹਾਂ, ਉਹਨੂੰ ਚੈਲੰਜ ਕਰਾਂਗਾ। ਮੈਂ ਚੈਲੰਜ ਕਰਾਂਗਾ, ਲੇਕਿਨ ਮੈਂ ਸਰਕਾਰ ਨੂੰ ਇੱਕ ਟਾਈਮ ਦੇ ਰਿਹਾ ਹਾਂ, ਕਿਉਂਕਿ ਸਰਕਾਰ ਜੇਕਰ ਚੈਲੰਜ ਕਰਦੀ ਹੈ, ਮਾਨਯੋਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਚੀਫ ਮਿਨਿਸਟਰ ਸਾਹਿਬ ਨੇ ਇਹ ਕਿਹਾ ਸੀ, ਮੈਨੂੰ ਨਿੱਜੀ ਤੌਰ ਤੇ ਵੀ ਕਿਹਾ ਸੀ, ਵਿਸਾਖੀ ਵਾਲੇ ਦਿਨ ਪ੍ਰੈਸ ਨੋਟ ਵੀ ਆਇਆ ਸੀ ਕਿ ਅਸੀਂ ਚੈਲੰਜ ਕਰਾਂਗੇ। ਤੁਹਾਡੇ ਨਾਲ ਇੰਟਰਵਿਊ ਦੇ ਵਿੱਚ ਵੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਕਿਹਾ ਸੀ
ਕਿ ਅਸੀਂ ਚੈਲੰਜ ਕਰਾਂਗੇ। ਉਹਨਾਂ ਨੇ ਇੱਥੇ ਤੱਕ ਕਿਹਾ ਸੀ ਕਿ ਕੋਈ ਮੇਰੇ ਤੇ ਜੋ ਮਰਜ਼ੀ ਕਰ ਲਵੇ, ਮਤਲਬ ਦੈਟ ਆਰਡਰ ਇਜ਼ ਬੈਡ ਇਨ ਲਾਅ, ਉਹਨਾਂ ਨੇ ਕਲੀਅਰ ਕੱਟ ਕਿਹਾ ਸੀ, ਠੀਕ ਹੈ। ਲੇਕਿਨ ਅੱਜ ਤੱਕ ਸਰਕਾਰ ਨੇ ਉਸ ਨੂੰ ਚੈਲੰਜ ਨਹੀਂ ਕੀਤਾ। ਉਸ ਨੂੰ ਲੈ ਕੇ ਮੇਰੇ ਅੰਦਰ ਬਹੁਤ ਜ਼ਿਆਦਾ ਮਤਲਬ ਦਰਦ ਹੈ ਕਿ ਉਹ ਤਾਕਤ ਕੌਣ ਸੀ ਹੈ, ਤਾਕਤ ਜੋ ਕੈਪਟਨ ਅਮਰਿੰਦਰ ਸਿੰਘ ਸਾਹਿਬ ਜੋ ਬਹੁਤ ਹੀ ਪਾਵਰਫੁਲ ਮਤਲਬ ਲੀਡਰ ਮੰਨੇ ਜਾਂਦੇ ਨੇ। ਤੁਸੀਂ ਇੰਡੀਆ ਦੇ ਵਿੱਚ ਕਹਿ ਸਕਦੇ ਹੋ ਕਿ ਕੋਈ ਵੀ ਚੀਫ ਮਿਨਿਸਟਰ ਹੈ ਉਹਦੇ ਵਿੱਚ ਉਹਨਾਂ ਦਾ ਇੱਕ ਮਤਲਬ ਸਭ ਤੋਂ ਉੱਪਰ ਦਾ ਹੀ ਰੁਤਬਾ ਉਹਨਾਂ ਦਾ ਹੈ, ਲੇਕਿਨ ਉਹ ਕਿਹੜੀ ਤਾਕਤ ਹੈ ਜੋ ਉਹਨਾਂ ਨੂੰ ਰੋਕ ਰਹੀ ਹੈ, ਉਹਨਾਂ ਦੀ ਆਪਣੀ ਇੱਛਾ ਨੂੰ ਰੋਕ ਰਹੀ ਹੈ ਕਿ ਨਹੀਂ ਮਤਲਬ ਇਹਨੂੰ ਅਪੀਲ ਦੇ ਵਿੱਚ ਨਹੀਂ ਮਤਲਬ ਅੱਜ ਤੱਕ ਨਹੀਂ ਲੈ ਕੇ ਗਏ। ਤੇ ਇਹ ਕਿਹੜੀ ਤਾਕਤ ਹੈ ਤੁਸੀਂ ਸਰ ਦੇਖੋ। ਕੈਪਟਨ ਅਮਰਿੰਦਰ ਵੱਲ ਤੁਹਾਡਾ ਅਜੇ ਵੀ ਸੌਫਟ ਕਾਰਨਰ ਲੱਗਦਾ ਹੈਗਾ, ਤੁਸੀਂ ਕਹਿੰਦੇ ਹੋ ਉਹ ਸਭ ਠੀਕ ਸੀ, ਲੀਗਲ ਟੀਮ ਨਹੀਂ, ਉਹਨਾਂ ਨੂੰ ਕੋਈ ਤਾਕਤ ਰੋਕ ਰਹੀ ਸੀ, ਅਜੇ ਵੀ ਇੱਕ ਸੌਫਟ ਕਾਰਨਰ ਹੈ। ਸੋ ਇਸ ਲਈ ਪੁੱਛਦੀ ਹਾਂ ਕਿ ਕਾਂਗਰਸ ਕਿਉਂ ਨਹੀਂ ਜੁਆਇਨ ਕੀਤੀ, ਫਿਰ ਤੁਸੀਂ ਆਪ ਕਿਉਂ ਜੁਆਇਨ ਕੀਤਾ? ਦੇਖੋ ਤੁਸੀਂ ਜੋ ਸਵਾਲ ਕਰ ਰਹੇ ਹੋ, ਮੈਂ ਕਿਉਂ ਆਇਆ ਸਿਆਸਤ ਦੇ ਵਿੱਚ, ਮੈਂ ਆਮ ਆਦਮੀ ਪਾਰਟੀ ਕਿਉਂ ਸਿਲੈਕਟ ਕੀਤੀ, ਇਹ ਇੱਕ ਵੱਖਰੀ ਗੱਲ ਹੈ। ਚੀਫ ਮਿਨਿਸਟਰ ਬਾਦਲ ਸਾਹਿਬ ਵੀ ਰਹੇ ਨੇ, ਠੀਕ ਹੈ। ਬਾਦਲ ਸਾਹਿਬ ਦੇ ਕੋਲ ਹੋਮ ਡਿਪਾਰਟਮੈਂਟ ਵੀ ਹੁੰਦਾ ਸੀ, ਮੈਂ ਅੰਮ੍ਰਿਤਸਰ ਦਾ ਐਸਐਸਪੀ ਹੁੰਦਾ ਸੀ। ਉਸੇ ਦੌਰਾਨ ਹੋਮ ਡਿਪਾਰਟਮੈਂਟ ਸੁਖਬੀਰ ਸਿੰਘ ਬਾਦਲ ਜੀ ਦੇ ਕੋਲ ਚਲਾ ਗਿਆ ਤੇ ਅੱਗੇ ਹੋਰ ਮਤਲਬ ਲੋਕਾਂ ਨੂੰ ਬਾਅਦ ਦੇ ਵਿੱਚ ਉਹਦਾ ਇੱਕ ਤਰੀਕੇ ਦੇ ਨਾਲ ਕਹੋਗੇ ਤੁਸੀਂ ਡੀਸੈਂਟਰਲਾਈਜੇਸ਼ਨ ਹੋ ਗਿਆ, ਇਲੀਗਲ ਤਰੀਕੇ ਦੇ ਨਾਲ, ਜਿਸ ਨੂੰ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਹੈ। ਹੌਲੀ ਹੌਲੀ ਮਤਲਬ ਕੋਈ ਹੋਰ ਹੀ ਬਣ ਗਿਆ। ਜਦੋਂ ਤੱਕ ਬਾਦਲ ਸਾਹਿਬ ਦੇ ਕੋਲ ਹੋਮ ਡਿਪਾਰਟਮੈਂਟ ਹੁੰਦਾ ਸੀ, ਪੁਲਿਸ ਬਹੁਤ ਵਧੀਆ ਤਰੀਕੇ ਦੇ ਨਾਲ ਉਦੋਂ ਚੱਲਦੀ ਸੀਗੀ। ਸਾਰੇ ਐਸਐਸਪੀ ਸਾਰੇ ਅਫਸਰ ਉਸ ਸਰਕਾਰ ਦੇ ਵਿੱਚ ਵੀ ਅਲਰਟ ਰਹਿੰਦੇ ਸੀ, ਕਦੋਂ ਬਾਦਲ ਸਾਹਿਬ ਦਾ ਫੋਨ ਆ ਜਾਏਗਾ। ਤੇ ਜੇਕਰ ਤੁਹਾਨੂੰ ਉਸ ਕੇਸ ਦੇ ਬਾਰੇ ਜਾਣਕਾਰੀ ਨਹੀਂ ਹੈ, ਅਖਬਾਰ ਦੇ ਵਿੱਚ ਉਹ ਖਬਰ ਆ ਗਈ ਹੈ ਤਾਂ ਤੁਹਾਡੀ ਖੈਰ ਨਹੀਂ ਹੈ। ਇਸ ਤਰ੍ਹਾਂ ਦਾ ਇੱਕ ਮਾਹੌਲ ਸੀਗਾ। ਲੇਕਿਨ ਜਦੋਂ ਡੀਸੈਂਟਰਲਾਈਜੇਸ਼ਨ ਹੋਇਆ, ਉਸ ਤੋਂ ਬਾਅਦ ਹਾਲਾਤ ਬਹੁਤ ਖਰਾਬ ਹੋ ਗਏ। ਇੱਕ ਵਿਅਕਤੀ ਦੇ ਕੋਲ ਗਿਆ, ਉਸ ਤੋਂ ਬਾਅਦ ਇੱਕ ਹੋਰ ਰਿਸ਼ਤੇਦਾਰ ਨੇ ਮਤਲਬ ਉਹ ਸਾਰਾ ਕੁਝ ਟੇਕ ਓਵਰ ਕਰ ਲਿਆ, ਠੀਕ ਹੈ ਕਿ ਨਹੀਂ? ਇਹ ਰਿਸ਼ਤੇਦਾਰ ਦਾ ਨਾਮ ਵੀ ਦੇ ਦਿਓ। ਛੱਡੋ, ਮੈਂ ਦੇਖੋ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਤੁਸੀਂ ਦੇਖੋ ਮੈਂ ਬੋਲਾਂਗਾ ਤੁਹਾਨੂੰ ਵੀ ਪਤਾ ਲੱਗ ਜਾਏਗਾ, ਤਾਂ ਸੁਣੋ ਤਾਂ ਸਹੀ। ਸਿਆਸਤ ਵਿੱਚ ਆ ਗਏ ਹੋ। ਨਹੀਂ, ਮੈਂ ਉਹ ਸਿਆਸਤ ਕਰਨੀ ਹੀ ਨਹੀਂ ਹੈ। ਤੇ ਫਿਰ ਇਹ ਬਾਦਲ ਸਾਹਿਬ ਦੀ ਗੱਲ ਸੀਗੀ। ਹੁਣ ਉਹ ਬਾਦਲ ਸਾਹਿਬ ਦੀ ਮੈਨੂੰ ਬਹੁਤ ਪਿਆਰ ਕਰਦੇ ਸੀਗੇ। ਕਿਉਂ? ਮੇਰੀ ਜੋ ਮਤਲਬ ਕੰਮ ਕਰਨ ਦਾ ਮੇਰਾ ਤਰੀਕਾ ਸੀਗਾ, ਮੇਰੀ ਮਤਲਬ ਤੁਸੀਂ ਕਹੋਗੇ ਕਾਬਲੀਅਤ ਤੇ ਪਿਆਰ ਕਰਦੇ ਸੀ, ਕੋਈ ਨਿੱਜੀ ਤੌਰ ਤੇ ਨਹੀਂ ਸੀਗਾ ਉਹਨਾਂ ਦੇ ਟਾਈਮ ਵੀ, ਠੀਕ ਹੈ। ਕੈਪਟਨ ਸਾਹਿਬ ਹੀ ਜੇਕਰ ਉਹਨਾਂ ਦੇ ਨਾਲ ਮੇਰੀ, ਕਿਉਂਕਿ ਸਵਾਲ ਤੁਹਾਡਾ ਇਹ ਸੀਗਾ ਸੌਫਟ ਕਾਰਨਰ ਦਾ, ਅੱਜ ਵੀ ਤੁਸੀਂ ਪੁੱਛੋਗੇ ਤਾਂ ਉਹ ਇਹੀ ਕਹਿਣਗੇ ਕਿ ਬਹੁਤ ਹੀ ਵਧੀਆ ਅਫਸਰ ਹੈ ਜਾਂ ਉਹ ਹੈ। ਮੈਂ ਅੱਜ ਵੀ ਜਦੋਂ ਰਿਜ਼ਾਈਨ ਕੀਤਾ ਜਾਂ ਜਦੋਂ ਮੈਂ ਚਾਰਜ ਛੱਡ ਦਿੱਤਾ, ਠੀਕ ਹੈ ਕਿ ਨਹੀਂ, ਉਸ ਤੋਂ ਬਾਅਦ ਵੀ ਮੈਂ ਉਹਨਾਂ ਨੂੰ ਮਿਲ ਕੇ ਆਇਆ ਕਿ ਸਟੇਟ ਦੇ ਇੰਟਰਸਟ ਦੇ ਵਿੱਚ ਕੋਈ ਵੀ ਕੰਮ ਹੈ ਤਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਦੱਸ ਸਕਦੇ ਹੋ, ਠੀਕ ਹੈ। ਜਾਂ ਕਿਸੇ ਵੀ ਕਿਸਮ ਦਾ ਪਬਲਿਕ ਇੰਟਰਸਟ ਦਾ ਮਸਲਾ ਹੈ ਤੇ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਹਮੇਸ਼ਾ ਤੁਹਾਡੇ ਵਾਸਤੇ ਮਤਲਬ ਅਵੇਲੇਬਲ ਰਹਾਂਗਾ। ਤੇ ਇਹ ਗੱਲ ਦੇਖੋ, ਇਹ ਗੱਲ ਇਹ ਨਹੀਂ ਹੈ ਕਿ ਤੇ ਇਹ ਸਾਡਾ ਜਿਹੜਾ ਰਿਲੇਸ਼ਨ ਹੁੰਦਾ ਹੈ ਨਾ, ਤੇ ਇਹ ਪ੍ਰੋਫੈਸ਼ਨਲ ਰਿਲੇਸ਼ਨ ਹੁੰਦਾ ਹੈ। ਨੰਬਰ 2, ਪ੍ਰੋਫੈਸ਼ਨਲ ਰਿਲੇਸ਼ਨ ਦੇ ਨਾਲ ਮੰਨ ਲਓ ਜੇਕਰ ਕੋਈ ਅੰਡਰਸਟੈਂਡਿੰਗ ਮਤਲਬ ਡਿਵੈਲਪ ਹੋ ਜਾਂਦੀ ਹੈ ਤਾਂ ਉਹ ਪਰਸਨਲ ਰਿਲੇਸ਼ਨ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਹੈ। ਲੇਕਿਨ ਪਰਸਨਲ ਰਿਲੇਸ਼ਨ ਨੂੰ ਪੋਲੀਟੀਕਲ ਰਿਲੇਸ਼ਨ ਦੇ ਨਾਲ ਹਮੇਸ਼ਾ ਬਾਈਫਰਕੇਟ ਕਰਕੇ ਵੇਖਣਾ ਚਾਹੀਦਾ ਹੈ। ਸੋ ਆਮ ਆਦਮੀ ਪਾਰਟੀ ਕਿਉਂ ਚੁਣੀ? ਇਸ ਜਵਾਬ ਨੂੰ ਪੁੱਛਣ ਤੋਂ ਪਹਿਲਾਂ ਮੈਂ ਪੁੱਛ ਜਾਂਦੀ ਹਾਂ, ਜਿਹੜੀ ਤੁਸੀਂ ਕਹਿੰਦੇ ਹੋ ਇਲੀਗਲ ਡੀਸੈਂਟਰਲਾਈਜੇਸ਼ਨ ਹੋ ਗਈ, ਉਹ ਉਦੋਂ ਦਾ ਸੀਗਾ ਬਾਦਲ ਸਾਹਿਬ ਦੇ ਵਾਪਸ ਉਸ ਟਾਈਮ ਤੋਂ ਹੁਣ ਟਾਈਮ ਬਦਲ ਗਿਆ ਕਿ ਜੋ ਤੁਸੀਂ ਕਹਿੰਦੇ ਹੋ ਜਿਹੜੀ ਇਲੀਗਲ ਡੀਸੈਂਟਰਲਾਈਜੇਸ਼ਨ ਹੋਈ ਹੈ, ਜੋ ਰਿਸ਼ਤੇਦਾਰਾਂ ਦੇ ਹੱਥ ਵਿੱਚ ਤਾਕਤ ਆਈ ਸੀ, ਅੱਜ ਉਸ ਸਥਿਤੀ ਔਰ ਉਸ ਸਥਿਤੀ ਵਿੱਚ ਕਿੰਨਾ ਫਰਕ ਹੈ? ਉਸ ਤੋਂ ਬਾਅਦ ਦੇਖੋਗੇ ਨਾ ਕਿ ਪੁਲਿਸ ਦੀ ਹਾਲਤ ਬਹੁਤ ਖਰਾਬ ਹੋ ਗਈ। ਕਿਉਂਕਿ ਪੁਲਿਸ ਜੋ ਹੈ ਨਾ, ਮੈਂ ਇਸ ਕਰਕੇ ਨਹੀਂ ਕਿ ਮੈਂ ਪੁਲਿਸ ਦੇ ਵਿੱਚ ਰਿਹਾ, ਇਸ ਕਰਕੇ ਹਰ ਡਿਪਾਰਟਮੈਂਟ ਦੇ ਵਿੱਚ ਖਰਾਬੀ ਆਈ। ਹਰ ਡਿਪਾਰਟਮੈਂਟ ਦੇਖੋ ਇਗਨੋਰ ਹੋ ਗਿਆ, ਖਰਾਬ ਹੋ ਗਿਆ। ਲੇਕਿਨ ਪੁਲਿਸ ਜੋ ਹੈ ਨਾ, ਸਰਕਾਰ ਦਾ ਇਹ ਕਿਹਾ ਜਾਂਦਾ ਹੈ ਕਿ ਮੋਸਟ ਵਿਜ਼ੀਬਲ ਆਰਗਨ ਹੁੰਦਾ ਹੈ। ਕਿਉਂ? ਕਿਉਂਕਿ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਸਿਪਾਹੀ ਹਮੇਸ਼ਾ ਤੁਹਾਨੂੰ ਰੋਡ ਤੇ ਵਿਖਾਈ ਦਿੰਦੇ ਨੇ। ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਉਹਨਾਂ ਦਾ ਕੰਮ ਕਰਨ ਦਾ ਜਾਂ ਆਮ ਪਬਲਿਕ ਦੇ ਨਾਲ ਜੋ ਵਤੀਰਾ, ਉਸ ਦੇ ਨਾਲ ਸਰਕਾਰ ਦਾ ਜੋ ਕੁਝ ਵੀ ਹੈ ਨਾ ਵਜੂਦ, ਉਸ ਦਾ ਰਿਫਲੈਕਸ਼ਨ ਹੁੰਦਾ ਹੈ। ਤੇ ਦੂਸਰੇ ਡਿਪਾਰਟਮੈਂਟ ਵੀ ਨੇ, ਲੇਕਿਨ ਮੰਨ ਲਓ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਹੈ, ਪਬਲਿਕ ਨੂੰ ਬਹੁਤ ਜ਼ਿਆਦਾ ਮਤਲਬ ਨਹੀਂ ਰਹਿੰਦਾ ਹੈ। ਤੇ ਪੁਲਿਸ ਡਿਪਾਰਟਮੈਂਟ ਹੈ, ਉਸ ਦਾ ਮਤਲਬ ਡੇ ਟੂ ਡੇ ਲਾਈਫ ਦੇ ਵਿੱਚ ਪਬਲਿਕ ਨੂੰ ਜ਼ਰੂਰਤ ਪੈਂਦੀ ਹੈ। ਇੰਨੀ ਗਿਰਾਵਟ ਆ ਗਈ ਕਿ ਹੁਣ ਉਹ ਵਾਪਸ ਮੋੜਨੀ ਮੁਸ਼ਕਿਲ ਹੈ ਜਾਂ ਔਖਾ ਕੰਮ ਹੈ? ਨਹੀਂ, ਕੰਮ ਔਖਾ ਹੈ, ਲੇਕਿਨ ਕੋਈ ਵੀ ਕੰਮ ਇੱਕ ਦਿਨ ਦੇ ਵਿੱਚ ਠੀਕ ਹੋ ਸਕਦਾ ਹੈ। ਕਿਉਂ? ਕਿ ਪੁਲਿਸ ਤਾਂ ਤਿਆਰ ਬੈਠੀ ਹੈ ਇਹਨੂੰ ਠੀਕ ਕਰਨ ਵਾਸਤੇ, ਲੇਕਿਨ ਤਿਆਰ ਮਤਲਬ ਉਸ ਚੀਜ਼ ਨੂੰ ਕਰਾਉਣ ਵਾਲਾ ਕੋਈ ਬੰਦਾ ਹੋਣਾ ਚਾਹੀਦਾ ਹੈ। ਹੁਣ ਤਾਂ ਡਿਸੈਂਟਰਲਾਈਜੇਸ਼ਨ ਹੌਲੀ ਹੌਲੀ ਇੰਨਾ ਜ਼ਿਆਦਾ ਹੋ ਗਿਆ ਕਿ ਹਲਕਾ ਸਿਸਟਮ ਸ਼ੁਰੂ ਹੋ ਗਿਆ ਪੁਲਿਸ ਦਾ, ਹਲਕਾ ਸਿਸਟਮ ਆਫ ਪੁਲਿਸਿੰਗ, ਇਸ ਤਰ੍ਹਾਂ ਦੇ ਲੇਖ ਵੀ ਆ ਗਏ, ਇਸ ਤਰ੍ਹਾਂ ਦਾ ਸਾਰਾ ਕੁਝ ਹੋ ਗਿਆ
ਤੇ ਮਤਲਬ ਹਲਕਾ ਇੰਚਾਰਜ ਜੇਕਰ ਪੁਲਿਸ ਨੂੰ ਕਮਾਂਡ ਕਰੇਗਾ, ਇੱਥੇ ਦੇਖੋ ਇੱਕ ਡੀਜੀਪੀ ਰੈਂਕ ਦੇ ਅਫਸਰ ਹੁੰਦੇ ਨੇ ਜਿਨ੍ਹਾਂ ਦੇ ਅੰਡਰ ਪੁਲਿਸ ਹੁੰਦੀ ਹੈ, ਇੱਥੇ ਤਾਂ ਹਲਕਾ ਇੰਚਾਰਜ ਡਿਸਾਈਡ ਕਰਦੇ ਨੇ ਕਿ ਕਿਸ ਸਬ ਡਿਵੀਜ਼ਨ ਦੇ ਵਿੱਚ ਕੌਣ ਡੀਐਸਪੀ ਜਾਏਗਾ, ਤੇ ਉਹਨਾਂ ਦੀ ਮਰਜ਼ੀ ਤੇ ਉਹਨਾਂ ਦੀ ਮਰਜ਼ੀ ਦੇ ਆਧਾਰ ਤੇ ਸਾਰੀ ਪੋਸਟਿੰਗ ਹੁੰਦੀ ਹੈ। ਐਸਐਚਓ ਕੌਣ ਲੱਗਦਾ ਹੈ, ਇਹ ਵੀ ਹਲਕਾ ਇੰਚਾਰਜ ਦਾ ਇਲਜ਼ਾਮ ਉਲਟਾ ਹੈ। ਅੱਜ ਜੋ ਕਾਂਗਰਸ ਵਿੱਚ ਹਲਚਲ ਦੇਖ ਰਹੇ ਉਹ ਤਾਂ ਕਹਿੰਦੇ ਨੇ ਕਿ ਵੀ ਬਿਊਰੋਕ੍ਰੇਸੀ ਸਾਡੇ ਤੇ ਹਾਵੀ, ਸਾਡੀ ਤੇ ਕੋਈ ਪੁਲਿਸ ਅਫਸਰ ਗੱਲ ਨਹੀਂ ਮੰਨਦਾ। ਐਸਐਸਪੀ ਔਰ ਡੀਜੀਪੀ ਜੋ ਸਿਸਟਮ ਹੈ ਉਹਦੇ ਵਿੱਚ ਪੋਲੀਟੀਸ਼ੀਅਨ ਦਾ ਜੋ ਬਿਕੋਜ਼ ਉਹਨਾਂ ਨੇ ਵਾਅਦੇ ਪੂਰੇ ਕਰਨੇ ਹੈ, ਉਹਨਾਂ ਦਾ ਇਲਜ਼ਾਮ ਦੂਜਾ ਹੈ। ਇਹ ਉਦੋਂ ਆਇਆ ਜਦੋਂ ਮੈਂ ਰਿਜ਼ਾਈਨ ਕੀਤਾ, ਉਸ ਤੋਂ ਪਹਿਲਾਂ ਕੋਈ ਇਲਜ਼ਾਮ ਨਹੀਂ ਲਗਾਉਂਦਾ ਸੀ। ਇੱਕ ਰੈਜ਼ਿਗਨੇਸ਼ਨ ਤੋਂ ਬਾਅਦ ਇਹ ਸਾਰੀ ਸਿਆਸਤ ਸ਼ੁਰੂ ਹੋ ਗਈ, ਲੇਕਿਨ ਉਸ ਤੋਂ ਬਾਅਦ ਹੀ ਮੈਂ ਮਿਲਦਾ ਰਹਾ। ਦੇਖੋ ਸਾਰਿਆਂ ਦੇ ਨਾਲ ਮੇਰੀ ਗੱਲ ਹੁੰਦੀ ਰਹੀ। ਮੈਂ ਇਹੀ ਕਿਹਾ ਕਿ ਤੁਸੀਂ ਅਪੀਲ ਕਰਾਓ। ਅਪੀਲ ਕਿਸੇ ਨੇ ਨਹੀਂ ਕਰਵਾਈ। ਕੁਰਸੀ ਦੀ ਲੜਾਈ ਸ਼ੁਰੂ ਹੋ ਗਈ। ਇਹ ਲੜਾਈ ਕੁਰਸੀ ਦੀ ਸੀਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂ ਫਾਇਰਿੰਗ ਕੇਸਾਂ ਦੀ ਇਹ ਲੜਾਈ ਨਹੀਂ ਰਹੀ। ਇਹ ਇਨਸਾਫ ਦੀ ਲੜਾਈ ਨਹੀਂ, ਕੁਰਸੀ ਦੀ ਲੜਾਈ ਸ਼ੁਰੂ ਹੋ ਗਈ। ਤੇ ਇਲਜ਼ਾਮ ਕੋਈ ਵੀ ਲਗਾਵੇ, ਕਿਸੇ ਵੀ ਤਰੀਕੇ ਦੇ ਨਾਲ ਲਗਾਵੇ, ਲੇਕਿਨ ਜਾ ਕੇ ਤੁਸੀਂ ਪਤਾ ਕਰੋ। ਡੀਐਸਪੀਆਂ ਦਾ ਟੈਨਿਓਰ ਦੇਖ ਲਓ, ਐਸਐਚਓ ਦਾ ਟੈਨਿਓਰ ਤੁਸੀਂ ਦੇਖ ਲਓ, ਤੁਹਾਨੂੰ 10 ਮਿੰਟ ਦੇ ਵਿੱਚ ਸਾਰਾ ਪਤਾ ਚੱਲ ਜਾਏਗਾ ਕਿ ਇਹ ਕੌਣ ਕਰਦਾ ਹੈ, ਕਿਸ ਤਰੀਕੇ ਦੇ ਨਾਲ ਕਰਦਾ ਹੈ। ਤੇ ਇਹ ਸਿਸਟਮ ਮਤਲਬ ਮੈਂ ਇਹ ਕਹਾਂਗਾ ਕਿ ਆਵਾ ਉਤ ਗਿਆ ਹੈ ਜੀ। ਜੋ ਸਿਸਟਮ ਬਣ ਗਿਆ ਹੈ, ਕੋਈ ਕਿਸੇ ਤੇ ਇਲਜ਼ਾਮ ਲਗਾ ਦੇਵੇ, ਕੋਈ ਕਿਸੇ ਤੇ ਇਲਜ਼ਾਮ ਲਗਾ ਦੇਵੇ, ਲੇਕਿਨ ਜੋ ਲੜਾਈ ਹੈ ਉਹ ਕੁਰਸੀ ਦੀ ਲੜਾਈ ਚਲੀ ਗਈ। ਤੇ ਤੁਸੀਂ ਆਪ ਹੀ ਗੱਲ ਕੀਤੀ ਕਿ ਉਹਨਾਂ ਹਾਲਾਤਾਂ ਦੇ ਵਿੱਚ ਦੇਖੋ, ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਸਿਆਸਤ ਦੇ ਵਿੱਚ ਜਾਵਾਂ। ਮੈਂ ਤਾਂ ਦੇਖੋ ਜਦੋਂ ਇਹ ਕੇਸ ਆਇਆ, ਇਹ ਕੇਸ ਫੈਸਲਾ ਆਇਆ 9 ਤਰੀਕ ਨੂੰ, ਠੀਕ ਹੈ, ਲੇਕਿਨ ਜਦੋਂ ਤੋਂ ਸਾਡੇ ਕਿਸਾਨ ਭਰਾ ਦਿੱਲੀ ਗਏ ਸੀਗੇ, ਉਦੋਂ ਤੋਂ ਮੇਰੇ ਨਾਲ ਜੋ ਕੁਝ ਵੀ ਮਤਲਬ ਮੇਰੇ ਤੇ ਬੀਤਦਾ ਸੀ ਉਹ ਇੱਕ ਆਮ ਬੰਦਾ ਨਹੀਂ ਬਰਦਾਸ਼ਤ ਕਰ ਸਕਦਾ ਸੀ। ਤਸੱਦਦ ਜੋ ਹੁੰਦਾ ਹੈ ਨਾ, ਉਦੋਂ ਤੋਂ ਬਹੁਤ ਜ਼ਿਆਦਾ ਸ਼ੁਰੂ ਹੋਇਆ। ਕਿਸ ਤਰ੍ਹਾਂ ਸਰ? ਕਿਉਂ? ਜਦੋਂ ਕਿਸਾਨ ਦਿੱਲੀ ਚਲੇ ਗਏ, ਉਹਨਾਂ ਦੇ ਨਾਲ ਪੰਜਾਬ ਦਾ, ਪੰਜਾਬੀਆਂ ਦਾ ਸਾਰਾ ਸੈਂਟੀਮੈਂਟ ਦਿੱਲੀ ਦੇ ਵਿੱਚ ਚਲਾ ਗਿਆ। ਇਹ ਕੇਸ ਇਗਨੋਰ ਹੋ ਗਿਆ ਤੇ ਮੈਂ ਇਕੱਲਾ ਫਾਈਟ ਕਰਦਾ ਰਿਹਾ ਇਸ ਕੇਸ ਨੂੰ। ਹਰ ਪੰਜਾਬੀ ਕਿਸਾਨੀ ਮੁੱਦਾ, ਕਿਸਾਨੀ ਠੀਕ ਹੈ, ਉਹ ਵੀ ਇੱਕ ਮੁੱਦਾ ਹੈ, ਲੇਕਿਨ ਦੋਸ਼ੀਆਂ ਨੇ ਵੀ ਵੇਖ ਲਿਆ। ਦੋਸ਼ੀਆਂ ਦੇ ਹਮਦਰਦ ਜੋ ਵਿਅਕਤੀ ਸਰਕਾਰ ਦੇ ਵਿੱਚ ਸੀਗੇ ਉਹਨਾਂ ਨੇ ਵੀ ਦੇਖ ਲਿਆ। ਉਹਨਾਂ ਦਾ ਇਹੀ ਸੀਗਾ ਕਿ ਇਹ ਅੱਛਾ ਮੌਕਾ ਹੈ ਜੀ ਕਿ ਸਾਰਾ ਸੈਂਟੀਮੈਂਟ ਜੋ ਪੰਜਾਬ ਦਾ ਹੈ ਇੱਕ ਮੁੱਦੇ ਤੇ ਉਧਰ ਲੱਗਿਆ ਹੋਇਆ ਹੈ। ਇਸੇ ਦੌਰਾਨ ਮਤਲਬ ਇੱਕ ਫੈਸਲਾ ਆਇਆ। ਇਹ ਉਹਨਾਂ ਵਾਸਤੇ ਇਹ ਸੀਗਾ ਕਿ ਹਾਂ ਇੱਕ ਆਈਡੀਅਲ ਐਟਮੋਸਫੀਅਰ ਹੈ, ਇਸ ਐਟਮੋਸਫੀਅਰ ਦੇ ਵਿੱਚ ਤੁਸੀਂ ਇਹ ਕਰਵਾ ਲਓ, ਕਿਸੇ ਨੂੰ ਪਤਾ ਨਹੀਂ ਲੱਗਣਾ ਹੈ, ਕੋਈ ਵਿਰੋਧਤਾ ਨਹੀਂ ਹੋਗੀ। ਤੇ ਇਸ ਕਰਕੇ ਇਹ ਟਾਈਮ ਜਿਹੜਾ ਸਲੋਟ ਸੀਗਾ, ਇਹ ਟਾਈਮ ਸਲੋਟ ਸਿਲੈਕਟ ਕੀਤਾ ਗਿਆ ਸੀ। ਮੈਂ ਤਾਂ ਇਹੀ ਕਹਾਂਗਾ ਕਿ ਸੋ ਮਤਲਬ ਤੁਸੀਂ ਆਪਣੀ ਪੂਰੀ ਨਿਰਪੱਖਤਾ ਨਾਲ, ਆਪਣੀ ਪੂਰੀ ਤਾਕਤ ਨਾਲ, ਇੱਕ ਸੀਐਮ ਦੀ ਮਦਦ ਨਾਲ ਉਸ ਤਾਕਤ ਜਿਹਨੂੰ ਕਹਿ ਰਹੇ ਹੋ ਉਹਦੇ ਸਾਹਮਣੇ ਹਾਰ ਗਏ, ਤੁਸੀਂ ਇਹ ਕਹਿ ਰਹੇ ਹੋ? ਮੈਂ ਦੇਖੋ ਜਦੋਂ ਸੀਐਮ ਸਾਹਿਬ ਖੁਦ ਹੀ ਹਾਰ ਗਏ, ਅੱਜ ਦੇਖੋ ਪ੍ਰਮਾਣ ਹੈ ਕਿ ਉਹ ਉਸੇ ਦਿਨ ਤੋਂ ਕਹਿ ਰਹੇ ਸੀਗੇ ਕਿ ਅਪੀਲ ਕਰਾਂਗੇ, ਅਪੀਲ ਨਹੀਂ ਕਰ ਪਾਏ। ਤੇ ਕੋਈ ਨਾ ਕੋਈ ਤਾਕਤ ਉਹਨਾਂ ਦੀ ਸਰਕਾਰ ਦੇ ਵਿੱਚ, ਜਾਂ ਉਹਨਾਂ ਦੀ ਜਿਹੜੀ ਐਡਵਾਈਜ਼ਰੀ ਟੀਮ ਹੈ, ਜਾਂ ਉਹਨਾਂ ਦੀ ਜਿਹੜੀ ਪਾਰਟੀ ਹੈ, ਉਸ ਪਾਰਟੀ ਦੇ ਵਿੱਚ ਕੋਈ ਨਾ ਕੋਈ ਤਾਕਤ ਤਾਂ ਹੈ ਨਾ ਜੋ ਕਿ ਅਪੀਲ ਨਹੀਂ ਕਰਨ ਦੇ ਰਹੀ ਹੈ, ਉਹਨਾਂ ਨੂੰ ਰੋਕ ਰਹੀ ਹੈ। ਇਸ ਕਰਕੇ ਲੇਕਿਨ ਮੈਂ ਫਿਰ ਵੀ ਮੈਂ ਪਾਰਟੀ ਜੁਆਇਨ ਕਰ ਲਿਆ। ਮੈਨੂੰ ਦੁੱਖ ਐਸੇ ਕਰਕੇ ਹੋਇਆ, ਮੈਂ ਪੋਲਿਟਿਕਸ ਨਹੀਂ ਜੁਆਇਨ ਕਰਨਾ ਸੀ, ਲੇਕਿਨ ਉਸ ਦਿਨ ਤੋਂ ਮੈਂ ਤੁਹਾਨੂੰ ਕਿਹਾ ਨਾ ਕਿ ਇੱਕ ਬਗਾਵਤ ਦੀ ਭਾਵਨਾ ਮੇਰੇ ਅੰਦਰ ਆ ਗਈ। ਨੌਕਰੀ ਛੱਡਣਾ ਮੇਰੇ ਲਈ ਬਿਲਕੁਲ ਜ਼ਰੂਰੀ ਹੋ ਗਿਆ ਸੀ, ਕਿਉਂਕਿ ਜੋ ਭਾਵਨਾ ਮੇਰੇ ਅੰਦਰ ਆ ਗਈ ਉਸ ਦੇ ਨਾਲ ਮੈਨੇ ਸਿਸਟਮ ਤੋਂ ਵਿਸ਼ਵਾਸ ਹੀ ਪੂਰਾ ਉੱਠ ਗਿਆ। ਤੇ ਉਸ ਤੋਂ ਬਾਅਦ ਮੇਰਾ ਇਸ ਸਿਸਟਮ ਦੇ ਵਿੱਚ ਰਹਿਣਾ ਮਤਲਬ ਮੈਂ ਨਹੀਂ ਸਮਝਦਾ ਹਾਂ ਕਿ ਉਹ ਉਚਿਤ ਸੀਗਾ। ਇਸ ਕਰਕੇ ਮੈਂ ਨੌਕਰੀ ਛੱਡੀ। ਉਸ ਤੋਂ ਬਾਅਦ ਕਰਨਾ ਕੀ ਹੈ ਸੋਚਣਾ ਪੈਂਦਾ ਹੈ। ਲੋਕ ਸਲਾਹ ਦਿੰਦੇ ਨੇ ਤੇ ਜੋ ਸਿਸਟਮ ਹੈ, ਜਾਂ ਤਾਂ ਤੁਸੀਂ ਹਿਮਾਲਿਆ ਪਰਬਤ ਤੇ ਚਲੇ ਜਾਓ, ਤਪੱਸਿਆ ਕਰੋ ਉੱਥੇ ਸਾਧੂ ਸੰਤ ਬਣ ਕੇ, ਜਾਂ ਤੁਸੀਂ ਕਨਾਡਾ ਚਲੇ ਜਾਓ, ਅਮਰੀਕਾ ਚਲੇ ਜਾਓ, ਜਿਸ ਤਰ੍ਹਾਂ ਸਾਰੇ ਪੰਜਾਬੀ ਭੱਜ ਕੇ ਜਾ ਰਹੇ ਨੇ ਉਧਰ। ਤੇ ਜਾਂ ਤੀਸਰਾ ਉਪਾਅ ਸੀਗਾ ਕਿ ਸਿਸਟਮ ਨੂੰ ਠੀਕ ਕਰਨ ਵਾਸਤੇ ਫਾਈਟ ਕਰੋ। ਤੇ ਮੈਨੂੰ 30 ਅਪ੍ਰੈਲ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਨਮਾਨਿਤ ਕੀਤਾ ਗਿਆ ਉੱਥੇ ਕਈ ਮਤਲਬ ਜਥੇਬੰਦੀਆਂ ਵੱਲੋਂ। ਤੇ ਉਦੋਂ ਮੇਰੇ ਮਨ ਦੇ ਵਿੱਚ ਭਾਵਨਾ ਆਈ ਕਿ ਨਹੀਂ, ਪਰਮਾਤਮਾ ਇਹ ਕਹਿ ਰਹੇ ਨੇ ਕਿ ਤੁਸੀਂ ਫਾਈਟ ਕਰੋ, ਸਿਸਟਮ ਨੂੰ ਦਰੁਸਤ ਕਰਨ ਵਾਸਤੇ ਫਾਈਟ ਕਰੋ, ਠੀਕ ਹੈ। ਪਰਮਾਤਮਾ ਦੀ ਆਵਾਜ਼ ਆਈ ਕਿ ਤੁਸੀਂ ਭਜਣਾ ਨਹੀਂ ਹੈ, ਸਿਸਟਮ ਨੂੰ ਤੁਸੀਂ ਫਾਈਟ ਕਰੋ। ਤੇ ਜੇਕਰ ਤੁਸੀਂ ਫਾਈਟ ਕਰੋਗੇ ਤਾਂ ਹੋ ਸਕਦਾ ਹੈ ਕਿ ਸਿਸਟਮ दुरुस्त हो जाए। मेरे अंदर एक मतलब एक दृढ़ मतलब इच्छा शक्ति एक जागृत हुई। फिर मैं कहा कि नहीं, इस दे वास्ते कुछ न कुछ करना चाहिए है। तो हौली 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 पॉलिटिक्स की पावना आई तो हौली हौली फिर होया कि नहीं पार्टी कड़ा सिलेक्ट किया जाए। जो पार्टी आज तक डिसाइड नहीं कर पा रही है कि हाई कमांड बड़ा है कि इधर द सिस्टम बड़ा है कि इस मुल्क का कॉन्स्टिट्यूशन बड़ा है, उस पार्टी दे विच तो तुसीं जा नहीं सकते। ਤੁਸੀਂ ਆਪ कह रहे थे ना कि तुसी उस पार्टी दे विच क्यों नहीं गए। आज तक भी देखो, आज भी दिल्ली दे विच लड़ाई चल रही है।
ਇੱਕ ਵਿਅਕਤੀ ਦੂਸਰੇ ਨੂੰ ਮਿਲ ਰਹੇ ਨੇ, ਦੂਸਰੇ ਤੀਸਰੇ ਨੂੰ ਮਿਲ ਰਹੇ ਨੇ, ਤਾਂ ਉਸ ਪਾਰਟੀ ਦੇ ਵਿੱਚ ਤੁਸੀਂ ਜਾ ਨਹੀਂ ਸਕਦੇ ਹੋ। ਜੋ ਇੱਕ ਪਾਰਟੀ ਹੈ ਜੋ ਜਿਨ੍ਹਾਂ ਦੇ ਟੈਨਿਓਰ ਦੇ ਵਿੱਚ ਸੋ ਕਾਲਡ ਪੰਥਕ ਪਾਰਟੀ ਹੈ, ਜਿਨ੍ਹਾਂ ਦੇ ਟੈਨਿਓਰ ਦੇ ਵਿੱਚ ਬੇਅਦਬੀ ਦੀ ਘਟਨਾ ਹੋ ਗਈ, ਉਹ ਪਾਰਟੀ ਦੇ ਵਿੱਚ ਵੀ ਤੁਸੀਂ ਜੇਕਰ ਜਾਂਦੇ ਹੋ ਤਾਂ ਕੋਈ ਤੁਹਾਡਾ ਵਜੂਦ ਨਹੀਂ ਰਹੇਗਾ। ਇੱਕ ਹੋਰ ਪਾਰਟੀ ਹੈ ਜੋ ਕਿਸਾਨੀ ਅੰਦੋਲਨ ਨੂੰ ਲੈ ਕੇ ਬਿਲਕੁਲ ਹਾਸੀਏ ਤੇ ਖੜੀ ਹੋ ਗਈ ਹੈ, ਤੁਸੀਂ ਉਧਰ ਵੀ ਨਹੀਂ ਜਾ ਸਕਦੇ ਹੋ। ਤਾਂ ਉਪਾਅ ਕੀ ਸੀਗਾ? ਉਪਾਅ ਇਹ ਸੀਗਾ ਕਿ ਜਾਂ ਤਾਂ ਕੋਈ ਤੀਜਾ ਫਰੰਟ ਬਣਾਓ ਜਾਂ ਤੀਜੇ ਫਰੰਟ ਦੇ ਨਾਲ ਜਾਓ। ਤਾਂ ਜੋ ਪਾਰਟੀ ਆਲਰੇਡੀ ਐਗਜ਼ਿਸਟੈਂਸ ਦੇ ਵਿੱਚ ਸੀਗੀ ਤੇ ਚੰਗਾ ਕੰਮ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਿਹਾ ਸੀ, ਮੈਂ ਕਿਹਾ ਕਿ ਚਲੋ ਮਤਲਬ ਐਸੇ ਪਾਰਟੀ ਦੇ ਵਿੱਚ ਜਾਂਦੇ ਹਾਂ। ਸਰ ਬਿਜਲੀ ਤੁਸੀਂ ਕੱਲ ਤੁਹਾਡੀ ਪਾਰਟੀ ਨੇ ਬਿਜਲੀ ਮੁਫਤ ਬਿਜਲੀ ਦਾ ਇੱਕ ਪਲਾਨ ਅਨਾਉਂਸ ਕੀਤਾ ਹੈ। ਚਲੋ 200 ਯੂਨਿਟ ਦੇ ਰਹੇ 300 ਯੂਨਿਟ, ਉਹਦੀ ਅਸੀਂ ਲੜਾਈ ਵਿੱਚ ਨਹੀਂ ਪੈਂਦੇ। ਬੜਾ ਕਲੀਅਰ ਹੈਗਾ ਕਿ 300 ਯੂਨਿਟ ਤੋਂ ਬਾਅਦ ਇੱਕ ਪੁਆਇੰਟ ਵੀ ਲੱਗਿਆ ਤਾਂ ਇੱਕ ਦਾ ਹੀ ਪੈਸਾ ਲੱਗੇਗਾ, ਸੋ ਉਹਨਾਂ ਗੱਲਾਂ ਵਿੱਚ ਨਹੀਂ ਪੈਂਦੇ। ਪਰ ਇਹ ਗੱਲ ਤਾਂ ਉਹੀ ਹੋ ਗਈ ਨਾ ਕਿ ਅਸੀਂ ਲੋਕਾਂ ਨੂੰ ਹੱਥ ਜੋੜ ਕੇ 200-300 ਯੂਨਿਟ ਮੁਫਤ ਭਿਖਾਰੀ ਵਾਲੇ ਲੈ ਕੇ ਆ ਰਹੇ ਹਾਂ। ਤੁਹਾਡੇ ਤੋਂ ਹੁਣ ਜੋ ਅਸੀਂ ਉਮੀਦ ਕਰਦੇ ਹਾਂ, ਬਿਕੋਜ਼ ਤੁਸੀਂ ਸਿਸਟਮ ਦਾ ਹਿੱਸਾ ਰਹਿ ਚੁੱਕੇ ਹੋ, ਪੰਜਾਬ ਦਾ ਇੱਕ ਮੁੱਦਾ ਨਸ਼ਾ ਹੈ ਔਰ ਉਹਦਾ ਇੱਕ ਹਿੱਸਾ ਪੁਲਿਸ ਹੈ। ਤੁਸੀਂ ਉਹੋ ਜਿਹੀ ਕੋਈ ਪਾਲਿਸੀ ਲਿਆ ਰਹੇ ਹੋ ਜਿਹੜੇ ਇਸ ਮੁੱਦੇ ਦਾ ਤੋੜ ਦੱਸੇ? ਦੇਖੋ, ਮੈਂ ਸਭ ਤੋਂ ਪਹਿਲਾਂ ਬਿਜਲੀ ਤੋਂ ਹੀ ਸ਼ੁਰੂ ਕਰਦਾ ਹਾਂ, ਠੀਕ ਹੈ। ਇਹ ਜੋ ਬਿਜਲੀ ਦਾ ਹੈ ਦਿੱਲੀ ਦੇ ਵਿੱਚ ਵਧੀਆ ਚੱਲ ਰਿਹਾ ਹੈ। ਜੋ ਸਧਾਰਨ ਪਰਿਵਾਰ ਹੈ ਉਹਨਾਂ ਵਾਸਤੇ ਬਿਜਲੀ ਫ੍ਰੀ ਹੈ, ਉਹ ਪਬਲਿਕ ਦਾ ਹੀ ਪੈਸਾ ਹੈ, ਪਬਲਿਕ ਦੇ ਕੋਲ ਜਾ ਰਿਹਾ ਹੈ। ਪੰਜਾਬ ਦੇ ਵਿੱਚ ਵੀ ਉਸ ਨੂੰ ਥੋੜਾ ਸਾ ਮਤਲਬ ਪਰਿਵਰਤਨ ਦੇ ਨਾਲ ਮਤਲਬ ਉਸ ਚੀਜ਼ ਨੂੰ ਅਸੀਂ ਕਿਉਂਕਿ ਪੰਜਾਬ ਸਟੇਟ ਤੇ ਦਿੱਲੀ ਦੇ ਵਿੱਚ ਜੋ ਫਰਕ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਦੇਖ ਲਿਆ ਉਧਰ 200 ਯੂਨਿਟ ਦਾ ਸੀਗਾ, ਇਧਰ 300 ਯੂਨਿਟ ਦਾ ਹੋਇਆ। ਤੇ ਇੱਕ ਮਤਲਬ ਇਹ ਕਹਿਣ ਦਾ ਇਹ ਮਤਲਬ ਹੈ ਕਿ ਅਸੀਂ ਪਬਲਿਕ ਦੇ ਬਾਰੇ ਸੋਚ ਰੱਖ ਰਹੇ ਹਾਂ। ਵੈਲਫੇਅਰ ਆਫ ਪਬਲਿਕ ਜੋ ਹੈ ਨਾ, ਆਮ ਪਬਲਿਕ, ਉਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਤਰਜੀਹ ਦੇ ਰਹੇ ਹਾਂ। ਪੈਸਾ ਉਹਨਾਂ ਦਾ ਹੀ ਹੈ ਨਾ, ਪਬਲਿਕ ਦਾ ਪੈਸਾ ਹੈ, ਪਬਲਿਕ ਦੇ ਕੋਲ ਜਾ ਰਿਹਾ ਹੈ, ਠੀਕ ਹੈ। ਤੇ ਉਹਦੇ ਵਿੱਚ ਦੇਖੋ ਇੱਕ ਚੀਜ਼ ਹੋਰ ਹੈ, ਜੋ ਬਿਜਲੀ ਦਾ ਜਿਹੜਾ ਐਗਰੀਮੈਂਟ ਹੋਇਆ ਸੀ, ਮੇਰੇ ਕੋਲ ਮਤਲਬ ਹਮੇਸ਼ਾ ਮੈਂ ਸਿਰਫ ਪੁਲਿਸ ਦੇ ਵਿੱਚ ਪੁਲਿਸ ਦੀ ਨੌਕਰੀ ਕਰਦਾ ਸੀ। ਇਹਦਾ ਮਤਲਬ ਨਹੀਂ ਹੈ ਕਿ ਮੈਂ ਕੇਵਲ ਪੁਲਿਸਿੰਗ ਹੀ ਵੇਖਦਾ ਸੀ, ਮੈਂ ਸਾਰਾ ਕੁਝ ਵੇਖਦਾ ਸੀ, ਕਿਉਂਕਿ ਪੁਲਿਸਿੰਗ ਦੇ ਵਿੱਚ ਰਹਿ ਕੇ ਤੁਸੀਂ ਹਰ ਚੀਜ਼ ਨੂੰ ਵੇਖਦੇ ਹੋ ਕਿ ਕਿੱਥੇ ਕੀ ਹੋ ਰਿਹਾ ਹੈ, ਕਿਸ ਭਾਵਨਾ ਦੇ ਨਾਲ ਹੋ ਰਿਹਾ ਹੈ। ਤਾਂ ਜਦੋਂ ਤੋਂ ਜਦ ਬਿਜਲੀ ਦੇ ਐਗਰੀਮੈਂਟ ਹੋਏ ਸੀਗੇ, ਉਹ ਦੇਖੋ ਆਮ ਪਬਲਿਕ ਨੂੰ ਲੁੱਟ ਲਿਆ ਗਿਆ। ਉਹਦੇ ਵਿੱਚ ਜਦੋਂ ਪ੍ਰੋਡਕਸ਼ਨ ਹੋ ਰਿਹਾ ਹੈ ਨਾ ਸਰਕਾਰ ਵੱਲੋਂ, ਸਰਕਾਰੀ ਕੰਪਨੀਆਂ ਵੱਲੋਂ, ਤੇ ਸਿਰਫ ਡਿਸਟ੍ਰੀਬਿਊਸ਼ਨ ਵਾਸਤੇ ਇੱਕ ਖਾਸ ਪਰਿਵਾਰ ਦੀ ਕੰਪਨੀ ਬਣਾਈ ਜਾਂਦੀ ਹੈ। ਇੱਕ ਖਾਸ ਪਰਿਵਾਰ ਦੀ ਕੰਪਨੀ ਜੋ ਰੂਲਿੰਗ ਪਾਰਟੀ ਦਾ ਮਤਲਬ ਉਹ ਪਰਿਵਾਰ ਹੈ, ਤਾਂ ਉਸ ਪਰਿਵਾਰ ਦੇ ਮੈਂਬਰ ਹੀ ਉਹ ਚਲਾ ਰਹੇ ਨੇ। ਤੇ ਜਾਂ ਨਾ ABCD ਉਹਨਾਂ ਦੇ ਡਾਇਰੈਕਟਰਸ ਦਾ ਕੋਈ ਵੀ ਹੋ ਸਕਦਾ ਹੈ, ਲੇਕਿਨ ਇੱਕ ਪਰਿਵਾਰ ਨੂੰ ਫਾਇਦਾ ਦੇਣ ਵਾਸਤੇ ਇਹ ਸਾਰਾ ਪ੍ਰਾਈਵੇਟ ਪਾਰਟੀ ਦੇ ਨਾਲ ਐਗਰੀਮੈਂਟ ਕੀਤਾ ਗਿਆ। ਤੇ ਤੁਸੀਂ ਸੋਚੋ ਪਬਲਿਕ ਕਿੱਥੇ ਰਹਿ ਗਈ ਉਹਦੇ ਵਿੱਚ। ਕਿਉਂ ਮੈਂ ਬਿਜਲੀ ਦੀ ਹੀ ਗੱਲ ਕਰਦਾ ਹਾਂ, ਠੀਕ ਹੈ, ਨਸ਼ਾ ਤੇ ਮੈਂ ਬਾਅਦ ਦੇ ਵਿੱਚ ਆਉਂਦਾ ਹਾਂ। ਤਾਂ ਇਹ ਜਿਹੜਾ ਐਗਰੀਮੈਂਟ ਸੀ ਉਸ ਦੀ ਕੀ ਲੋੜ ਸੀਗੀ? ਕਿ ਸਰਕਾਰੀ ਕੰਪਨੀ ਪਹਿਲਾਂ ਚਲੋ PSEB ਇੱਕ ਹੁੰਦਾ ਸੀ, ਬਾਅਦ ਦੇ ਵਿੱਚ PSPCL ਬਣ ਗਿਆ, ਫਿਰ PSTCL, ਇਹ ਦੋ ਕੰਪਨੀ ਬਣ ਗਏ, ਠੀਕ ਹੈ। ਤਾਂ ਕੀ ਸਰਕਾਰੀ ਕੰਪਨੀ ਬਿਜਲੀ ਨਹੀਂ ਮਤਲਬ ਟਰਾਂਸਮਿਸ਼ਨ ਉਹ ਕਰ ਸਕਦੇ ਸੀਗੇ, ਡਿਸਟ੍ਰੀਬਿਊਸ਼ਨ ਦਾ ਕੰਮ ਉਹਨਾਂ ਦੇ ਕੋਲ ਹੋ ਸਕਦਾ ਸੀ। ਪ੍ਰਾਈਵੇਟ ਪਾਰਟਨਰ ਨੂੰ ਉਹਦੇ ਵਿੱਚ ਲਿਆਉਣ ਦੀ ਕੀ ਲੋੜ ਪੈ ਗਈ ਸੀ, ਠੀਕ ਹੈ ਕਿ ਨਹੀਂ? ਤੇ ਇਹ ਸਿੱਧਾ ਇੱਕ ਪਰਿਵਾਰ ਨੂੰ ਫਾਇਦਾ ਦੇਣ ਵਾਸਤੇ ਇਹ ਕੀਤਾ ਗਿਆ ਸੀ। ਤੇ ਅਸੀਂ ਇਹ ਸਾਰਾ ਕੁਝ ਦੇਖਾਂਗੇ। ਇਹ ਲੁੱਟ ਖਸੁੱਟ ਹੈ, ਇਸ ਲੁੱਟ ਖਸੁੱਟ ਨੂੰ ਖਤਮ ਕਰਕੇ ਅਸੀਂ ਇਹ ਵਿਖਾ ਦੇਣਾ ਚਾਹੁੰਦੇ ਹਾਂ ਕਿ ਪਹਿਲਾਂ ਇੱਕ ਪਰਿਵਾਰ ਦੇ ਕੋਲ ਸਾਰਾ ਬੈਨੀਫਿਟ ਜਾਂਦਾ ਸੀ, ਉਹ ਹੁਣ ਵਹੀ ਬੈਨੀਫਿਟ ਪਬਲਿਕ ਦੇ ਕੋਲ ਜਾਏਗਾ। ਇਹ ਨਹੀਂ ਹੈ ਕਿ ਮੁਫਤ ਦੇ ਵਿੱਚ ਉਹਨਾਂ ਨੂੰ ਦੇ ਕੇ ਅਸੀਂ ਕੋਈ ਲੋਕ ਲੁਭਾਵਨ ਨਾਰੇ ਦੇ ਰਹੇ ਹਾਂ ਕਿ ਤੁਸੀਂ ਸਾਨੂੰ ਵੋਟ ਕਰੋ। ਸਾਰੀ ਸਿਆਸਤ ਅੱਜ ਨਵਜੋਤ ਸਿੰਘ ਸਿੱਧੂ ਦਾ ਵੀ ਸੇਮ ਬਿਆਨ ਆਇਆ, ਸਭ ਸਾਰੀ ਸਿਆਸਤ ਸਿਰਫ ਇੱਕ ਪਰਿਵਾਰ ਤੇ ਫੋਕਸ ਕਰ ਰਹੀ। ਉਹਨਾਂ ਨੇ ਵੀ ਕਿਹਾ ਜਦ ਤੱਕ ਮੈਂ ਇੱਕ ਖਾਸ ਪਰਿਵਾਰ ਦਾ ਜੋ ਹੋਟਲ ਹੈ ਉਹਨੂੰ ਮੈਂ ਸਰਕਾਰੀ ਸਕੂਲ ਉਹ ਵੀ ਨਾ ਕੱਟ ਲੈਂਦੇ ਨੇ, ਮੈਂ ਵੀ ਨਾ ਨਹੀਂ ਲੈਂਦਾ ਹਾਂ ਕਿਸੇ ਦਾ, ਠੀਕ ਹੈ। ਤੇ ਤੁਸੀਂ ਸਵਾਲ ਕੀ ਕਰਨਾ ਚਾਹੁੰਦੇ ਹੋ? ਅੰਜਨ ਸਿੰਘ, ਚਲੋ ਇੱਕ ਪੋਲਿਟਿਕਸ ਦਾ ਹਿੱਸਾ ਹੈ ਕਿ ਹਾਂ ਅਸੀਂ ਵਿਰੋਧੀ ਧਿਰ ਦੇ ਇਸ ਪਰਿਵਾਰ ਤੇ ਜਾ ਰਹੇ ਹਾਂ। ਦੂਜਾ ਮੈਂ ਇਹ ਜਾਣਨਾ ਚਾਹੁੰਦੀ ਹਾਂ ਬਿਕੋਜ਼ ਇੱਕ ਮੁੱਦਾ ਨਸ਼ੇ ਦਾ ਹੈ ਜੋ ਬਹੁਤ ਚੁਭਦਾ ਹੈ, ਕਿਉਂਕਿ ਜਦ ਅਸੀਂ ਇੱਕ ਨੌਜਵਾਨ ਨੂੰ ਨਸ਼ੇ ਵਿੱਚ ਜਾਣ ਦਿੱਤਾ, ਅਸੀਂ ਇੱਕ ਜ਼ਿੰਦਗੀ ਬਰਬਾਦ ਹੋ ਗਈ, ਉਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਗਏ, ਅਗਲੇ ਪੀੜ੍ਹੀਆਂ ਬਰਬਾਦ ਹੋ ਗਈਆਂ। ਸੋ ਉਹਦੇ ਬਾਰੇ ਬਿਕੋਜ਼ ਤੁਸੀਂ ਆਰਗੇਨਾਈਜ਼ ਕ੍ਰਾਈਮ ਵਿੱਚ ਕੰਮ ਕੀਤਾ, ਤੁਹਾਡੇ ਅੰਡਰ ਰਿਹਾ ਹੈਗਾ, ਤੁਸੀਂ ਉਸ ਸਿਸਟਮ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਹੋ, ਉਹਦੀ ਜੜ ਕਿੱਥੋਂ ਆਉਂਦੀ ਤੇ ਉਹਦਾ ਤੋੜ ਕਿੱਥੋਂ ਆਉਂਦਾ ਹੈ? ਦੇਖੋ, ਜਦੋਂ ਇਹ ਸਰਕਾਰ ਆਈ ਸੀਗੀ ਤਾਂ ਕਾਂਗਰਸ ਪਾਰਟੀ ਨੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦੀ ਲੱਤ ਤੋੜ ਦੇਵਾਂਗੇ ਜੀ, ਠੀਕ ਹੈ। 4 ਹਫ਼ਤਾ ਬਹੁਤ ਹੁੰਦਾ ਹੈ ਕੰਮ ਕਰਨ ਵਾਸਤੇ। ਮੈਨੂੰ ਵੀ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਸੀ ਜਦੋਂ ਇਹ ਸਰਕਾਰ ਨਵੀਂ ਆਈ ਸੀ, ਠੀਕ ਹੈ। ਮੈਂ ਜਦੋਂ ਪਤਾ ਕੀਤਾ, ਸਾਡੀ ਮੀਟਿੰਗ ਹੋਈ
20 ਮਾਰਚ ਨੂੰ ਮੀਟਿੰਗ ਹੋਈ ਸੀਗੀ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ 2017 ਦੇ ਵਿੱਚ ਸਰਕਾਰ ਆਉਣ ਤੋਂ ਬਾਅਦ। ਮੈਂ 17 ਤਰੀਕ ਨੂੰ ਮੈਂ ਜੁਆਇਨ ਕੀਤਾ ਸੀ ਬਤੌਰ ਲੁਧਿਆਣਾ ਪੁਲਿਸ ਕਮਿਸ਼ਨਰ। 20 ਤਰੀਕ ਨੂੰ ਮੀਟਿੰਗ ਹੋਈ ਸੀਗੀ, ਕਿਉਂਕਿ ਕਈ ਗੱਲਾਂ ਡੇਟ ਦੇ ਨਾਲ ਤੇ ਡੇ ਦੇ ਨਾਲ ਵੀ ਮਤਲਬ ਯਾਦ ਰਹਿੰਦਾ ਹੈ। ਕਈ ਇਤਿਹਾਸਿਕ ਦਿਨ ਇਸ ਤਰ੍ਹਾਂ ਦੇ ਹੁੰਦੇ ਨੇ। ਸਾਨੂੰ ਇਹ ਗੱਲ ਲੱਗ ਗਈ ਸੀ ਕਿ ਹਾਂ ਅਸੀਂ ਨਸ਼ੇ ਨੂੰ ਖਤਮ ਕਰ ਦੇਵਾਂਗੇ। ਅਸੀਂ ਇਹ ਸਟ੍ਰੈਟਜੀ ਬਣਾਈ, ਸਾਰਾ ਕੁਝ ਕੀਤਾ। ਤੁਸੀਂ ਯਕੀਨ ਮਾਨੋ 4 ਹਫ਼ਤੇ ਦੇ ਦੌਰਾਨ ਲੁਧਿਆਣਾ ਸ਼ਹਿਰ ਤੋਂ ਅਸੀਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਸੀ। ਕਿਸ ਤਰ੍ਹਾਂ? ਗੈਂਗਵਾਰ ਦੇਖੋ, ਗੈਂਗਵਾਰ ਵੀ ਮੈਂ ਕਿਹਾ ਸੀ ਕਿ ਲੁਧਿਆਣਾ, ਮੈਂ ਉਸ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਜੋ ਲੁਧਿਆਣਾ ਸ਼ਹਿਰ ਹੈ ਇਹ ਇੱਕ ਤਾਂ ਫਾਈਨੈਂਸ਼ੀਅਲ ਕੈਪੀਟਲ ਹੈ ਪੰਜਾਬ ਦਾ, ਤੇ ਉਧਰ ਦੇ 6 7 8 ਜ਼ਿਲ੍ਹਿਆਂ ਦਾ ਕੈਪੀਟਲ ਗੈਂਗਸਟਰਾਂ ਵਾਸਤੇ ਵੀ, ਕ੍ਰਾਈਮ ਵਾਸਤੇ ਵੀ ਬਣ ਗਿਆ ਹੈ। ਕਿਉਂਕਿ ਵੱਡਾ ਸ਼ਹਿਰ ਹੈ, ਉੱਥੇ ਜਾ ਕੇ ਪਨਾਹ ਲੈ ਲੈਂਦੇ ਨੇ, ਕੋਈ ਬਰਨਾਲੇ ਤੋਂ, ਕੋਈ ਸੰਗਰੂਰ ਤੋਂ, ਕੋਈ ਉਧਰ ਮੋਗੇ ਤੋਂ, ਇਹ ਸਾਰੇ ਆ ਕੇ ਉਹਨਾਂ ਨੇ ਕੈਪੀਟਲ ਬਣਾਇਆ ਹੋਇਆ ਸੀ। ਮੈਂ ਕਿਹਾ ਕਿ 10 ਜ਼ਿਲ੍ਹਿਆਂ ਦਾ ਕ੍ਰਾਈਮ ਤਾਂ ਮੈਂ ਆਪੇ ਖਤਮ ਕਰੂੰਗਾ। ਮੈਂ ਕਿਹਾ ਕਿ ਫਿਰ ਕਿਉਂ? ਕਿਉਂਕਿ ਅਸੀਂ ਸਾਰੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਦੇ ਹਾਂ। ਇਹ ਨਹੀਂ ਕਿ ਮੈਂ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਹਾਂ, ਮੈਨੂੰ ਜਗਰਾਉਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਕਿਹਾ ਕਿ ਅਸੀਂ ਸਾਰੇ ਟੀਮ ਦੇ ਰੂਪ ਦੇ ਵਿੱਚ ਕੰਮ ਕਰਾਂਗੇ, ਤੇ ਇਹ ਬਦਮਾਸ਼ ਕਿੱਥੇ ਜਾਣਗੇ ਤੇ ਨਸ਼ਾ ਕਿੱਥੇ ਜਾਊਗਾ। ਤੇ 4 ਹਫ਼ਤਿਆਂ ਦੇ ਵਿੱਚ ਅਸੀਂ ਸ਼ਹਿਰ ਤੋਂ ਤੁਸੀਂ ਮੋਰ ਦੈਨ 90% ਕਹਿ ਸਕਦੇ ਹੋ ਕ੍ਰਾਈਮ ਵੀ ਖਤਮ ਹੋ ਗਿਆ ਸੀ, ਨਸ਼ਾ ਵੀ ਖਤਮ ਹੋ ਗਿਆ ਸੀ। ਠੀਕ ਹੈ। ਉਸ ਤੋਂ ਬਾਅਦ ਦੇਖੋਗੇ ਕਿ ਇੱਕ ਤਾਕਤ ਆਈ ਜਿਸਨੇ ਕਿਹਾ ਕਿ ਇਹ ਤਾਂ ਨਸ਼ਾ ਵੀ ਖਤਮ ਹੋ ਗਿਆ, ਕ੍ਰਾਈਮ ਵੀ ਖਤਮ ਹੋ ਗਿਆ। ਦੂਸਰਾ, ਪਬਲਿਕ ਵਾਸਤੇ ਅਸੀਂ ਕੀ ਕੀਤਾ ਸੀ। ਪਬਲਿਕ ਨੇ ਮਤਲਬ 1 ਮਹੀਨਾ ਤੱਕ ਆਉਣਾ ਜਾਣਾ ਉਹਨਾਂ ਦਾ ਜਾਰੀ ਰਿਹਾ ਸੀ। ਉਸ ਤੋਂ ਬਾਅਦ ਪਬਲਿਕ ਨੂੰ ਕੋਈ ਕੰਮ ਹੀ ਨਹੀਂ ਪੈਂਦਾ ਸੀ ਪੁਲਿਸ ਦੇ ਨਾਲ। ਠੀਕ ਹੈ। ਕਿਉਂ? ਕਿਉਂਕਿ ਅਸੀਂ ਗ੍ਰੀਵਾਂਸ ਰਿਡਰੈਸਲ ਸਿਸਟਮ ਵੀ, ਤੁਸੀਂ ਨੈੱਟ ਤੇ ਵੀ ਦੇਖ ਸਕਦੇ ਹੋ, ਲੋਕਾਂ ਦੇ ਨਾਲ ਗੱਲ ਵੀ ਕਰ ਸਕਦੇ ਹੋ। ਗ੍ਰੀਵਾਂਸ ਰਿਡਰੈਸਲ ਸਿਸਟਮ ਇਸ ਤਰੀਕੇ ਦਾ ਅਸੀਂ ਬਣਾਇਆ ਸੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਲੋਕ ਆਉਂਦੇ ਸੀਗੇ, ਕਮੇਟੀ ਰੂਮ ਦੇ ਵਿੱਚ ਬਹਿ ਜਾਂਦੇ ਸੀ। ਠੀਕ ਹੈ। ਉੱਥੇ ਏਅਰ ਕੰਡੀਸ਼ਨਰ ਹੈ, ਉਹਨਾਂ ਵਾਸਤੇ ਅਸੀਂ ਕਿਹਾ ਕਿ ਕਿਉਂ, ਪਬਲਿਕ ਦਾ ਹੀ ਰੂਮ ਹੈ ਕਮੇਟੀ ਰੂਮ, ਉਹਨਾਂ ਨੂੰ ਬਿਠਾ ਕੇ ਸਾਰਾ ਸਿਸਟਮ ਇੱਕ ਬਣ ਗਿਆ ਸੀ। ਠੀਕ ਹੈ। ਪਬਲਿਕ ਦਾ ਮਤਲਬ ਗ੍ਰੀਵਾਂਸ ਰਿਡਰੈਸਲ ਬਹੁਤ ਵਧੀਆ ਹੋ ਗਿਆ, ਨਸ਼ਾ ਖਤਮ ਹੋ ਗਿਆ, ਕ੍ਰਾਈਮ ਦੇ ਉੱਤੇ ਕੰਟਰੋਲ ਹੋ ਗਿਆ। ਤੇ ਇੱਕ ਤਾਕਤ ਮਾਫੀਆ ਦੀ ਐਸੀ ਆਈ ਜੋ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੂੰ ਵੀ ਮਜਬੂਰ ਕਰ ਦਿੱਤਾ। ਇਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਬਦਲਣਾ ਪਵੇਗਾ। ਤੇ ਉਸ ਦਿਨ ਮਾਨਯੋਗ ਸੀਐਮ ਸਾਹਿਬ ਦਿੱਲੀ ਦੇ ਵਿੱਚ ਸਨ, ਇੱਧਰ ਆਏ ਤਾਂ ਪਹਿਲਾ ਆਰਡਰ ਉਹਨਾਂ ਨੂੰ ਇਹੀ ਕਰਨਾ ਪਿਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਬਦਲ ਦਿਓ। 35 ਦਿਨ ਹੋਇਆ ਸੀ। ਠੀਕ ਹੈ। ਤੇ ਇਹ ਮਤਲਬ 4 ਹਫ਼ਤੇ ਦੇ ਦੌਰਾਨ ਹੀ ਇਹ ਸਾਰਾ ਕੁਝ ਹੋ ਗਿਆ ਸੀ। ਠੀਕ ਹੈ। ਟਾਰਗੇਟ ਅਚੀਵ ਹੋ ਗਿਆ, ਮੈਨੂੰ ਬਦਲ ਦਿੱਤਾ ਗਿਆ। ਤਾਕਤ ਕਿੱਥੋਂ ਆਂਦੀ? ਇਹ ਮਾਫੀਆ ਦੀ ਤਾਕਤ ਹੈ। ਮਾਫੀਆ ਦੀ, ਮੈਂ ਉਦੋਂ ਜਦੋਂ ਪੋਸਟਿੰਗ ਹੋਈ ਸੀਗੀ, ਮੈਂ ਉਦੋਂ ਵੀ ਕਿਹਾ ਸੀ ਕਿ ਪਾਰਲੀਮੈਂਟ ਇਲੈਕਸ਼ਨ 2014 ਤੋਂ ਬਾਅਦ ਮੇਰੀ ਪੋਸਟਿੰਗ ਲੁਧਿਆਣਾ ਦੇ ਵਿੱਚ ਹੋਈ ਸੀਗੀ ਬਤੌਰ ਪੁਲਿਸ ਕਮਿਸ਼ਨਰ। ਤੁਸੀਂ ਔਨ ਰਿਕਾਰਡ ਹੈ, ਨੈੱਟ ਤੇ ਦੇਖ ਸਕਦੇ ਹੋ। ਲੇਕਿਨ ਸ਼ਾਮੀ ਪੋਸਟਿੰਗ ਹੋ ਰਹੀ ਹੈ ਤੇ ਸਵੇਰੇ ਉਹਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਆਰਡਰ ਆ ਗਿਆ, ਰਾਤ ਤੱਕ ਉਹ ਆਰਡਰ ਰਿਹਾ। ਜੋ ਕਮਿਸ਼ਨਰ ਸਾਹਿਬ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਵੋ ਹੁਣ ਜੁਆਇਨ ਕਰੋ ਕਿ ਮੈਂ ਜਾਣਾ ਹੈ। ਤੇ ਨਾਰਮਲੀ ਹੁੰਦਾ ਹੈ ਕਿ ਲੋਕੀ ਵੈਸੇ ਕੋਈ ਚਾਰਜ ਛੱਡ ਕੇ ਚਲਾ ਜਾਂਦਾ ਹੈ ਤੇ ਕੋਈ ਆ ਕੇ ਲੈ ਲੈਂਦਾ ਹੈ, ਲੇਕਿਨ ਇੱਕ ਸਾਡੇ ਮਤਲਬ ਇੱਕ ਡੈਕੋਰਮ ਹੁੰਦਾ ਹੈ, ਸਿਸਟਮ ਹੁੰਦਾ ਹੈ। ਉਹਦੇ ਵਿੱਚ ਜੋ ਜੁਆਇਨ ਕਰਨ ਵਾਲਾ ਅਫਸਰ ਆਉਂਦਾ ਹੈ ਨਾ, ਤਾਂ ਜੋ ਜਾ ਰਿਹਾ ਹੈ ਨਾ, ਉਹ ਰਿਸੀਵ ਕਰਦਾ ਹੈ। ਤੇ ਜਦੋਂ ਅਸੀਂ ਉਸ ਅਫਸਰ ਨੂੰ ਅਸੀਂ ਵਿਦਾ ਕਰਦੇ ਹਾਂ, ਉਹਦਾ ਵੀ ਇੱਕ ਡੈਕੋਰਮ ਹੁੰਦਾ ਹੈ। ਠੀਕ ਹੈ। ਤਾਂ ਅਸੀਂ ਮਤਲਬ ਉਸ ਚੀਜ਼ ਦੀ ਤਿਆਰੀ ਚੱਲ ਰਹੀ ਸੀ। ਇਨ ਦਾ ਮੀਨ ਟਾਈਮ ਇੱਕ ਆਰਡਰ ਆ ਗਿਆ। ਮੈਂ 2014 ਦੀ ਗੱਲ ਕਰ ਰਿਹਾ ਕਿ ਤੁਸੀਂ ਜਲੰਧਰ ਜੁਆਇਨ ਕਰੋਗੇ। ਤਾਂ ਮੈਨੂੰ ਪਤਾ ਸੀ। ਤੁਸੀਂ ਕਹਿੰਦੇ ਲੁਧਿਆਣਾ ਹੱਬ ਹੈ, ਉੱਥੋਂ ਚੱਲਦਾ। ਸੁਣੋ, ਤੇ 2017 ਦੀ ਗੱਲ ਹੈ। ਉਦੋਂ ਸਰਕਾਰ ਨਵੀਂ ਕਾਂਗਰਸ ਦੀ ਆਈ ਸੀਗੀ, ਤੇ ਜਦੋਂ ਸਰਕਾਰ ਅਕਾਲੀ ਦਲ ਬੀਜੇਪੀ ਦੀ ਸੀਗੀ, ਉਦੋਂ ਵੀ ਮੇਰੀ ਪੋਸਟਿੰਗ ਹੋਈ ਸੀਗੀ। ਲੇਕਿਨ ਰਾਤੋਂ ਰਾਤ ਮਤਲਬ ਉਸ ਪੋਸਟਿੰਗ ਨੂੰ ਬਦਲ ਦਿੱਤਾ ਗਿਆ। ਆਰਡਰ ਹੋਇਆ ਲੁਧਿਆਣਾ ਹੱਬ ਤੇ ਮੈਨੂੰ ਜੁਆਇਨ ਕਰਨਾ ਪਿਆ ਐਮੈਂਡਡ ਆਰਡਰ ਦੇ ਨਾਲ ਜਲੰਧਰ। ਤੇ ਕੋਈ ਨਾ ਕੋਈ ਤਾਕਤ ਸੀਗੀ। ਤੁਸੀਂ ਕਹਿੰਦੇ ਲੁਧਿਆਣਾ ਹੱਬ ਹੈ ਨਸ਼ੇ ਦੀ? ਹਰ ਚੀਜ਼ ਦਾ ਹੈ ਜੀ, ਹਰ ਚੀਜ਼ ਦਾ ਹੈ। ਪੈਸਾ ਬਹੁਤ ਹੈ ਨਾ ਇਹਦੇ ਵਿੱਚ। ਤੇ ਜੋ ਮਤਲਬ ਖਾਸ ਕਰਕੇ ਜੋ ਟ੍ਰਾਂਜਿਟ ਰੂਟ ਹੈ ਉਹ ਵੀ ਲੁਧਿਆਣਾ ਹੋ ਕੇ ਹੈ। ਤੇ ਜੇਕਰ ਤੁਸੀਂ ਸ਼ਹਿਰ ਨੂੰ ਕਾਬੂ ਕਰ ਲਿਆ ਤਾਂ ਫਿਰ ਸਾਰਾ ਕੰਮ ਰੁਕ ਜਾਂਦਾ ਹੈ। ਤੇ ਦੇਖੋ, ਉਦੋਂ ਵੀ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ, ਮਾਨਯੋਗ ਚੀਫ ਮਿਨਿਸਟਰ ਸਾਹਿਬ ਨੂੰ ਵੀ ਪੁੱਛ ਸਕਦੇ ਹੋ। ਇਹ ਮਤ ਕਹਿ ਦੇਣਾ ਕਿ ਇੱਕ ਹਮਦਰਦੀ ਦਿਖਾਈ ਦੇ ਰਹੀ ਹੈ। ਮੈਂ ਸੱਚਾਈ ਬੋਲਣ ਦੇ ਵਿੱਚ ਕੋਈ ਹਰਜ ਨਹੀਂ ਹੈ। ਜੇਕਰ ਕੋਈ ਵਿਅਕਤੀ ਮਤਲਬ ਤੁਹਾਡੇ ਮਤਲਬ ਬਦਲਣਾ ਨਹੀਂ ਚਾਹ ਰਿਹਾ ਹੈ ਤੇ ਮਤਲਬ ਲੇਕਿਨ ਮਜਬੂਰਨ ਬਦਲੀ ਕਰਨੀ ਪੈ ਰਹੀ ਹੈ। ਦਿੱਲੀੋਂ ਕੋਈ ਮਤਲਬ ਉਸ ਤਰੀਕੇ ਦਾ ਮਤਲਬ ਪ੍ਰੈਸ਼ਰ ਪਵਾਇਆ ਗਿਆ
ਤੇ ਮੇਰੀ ਬਦਲੀ ਕੀਤੀ ਗਈ। ਕਿ ਜਦੋਂ ਮੇਰੀ ਪੋਸਟਿੰਗ ਹੋਈ ਸੀਗੀ ਉਸ ਦਿਨ ਸੀਐਮ ਸਾਹਿਬ ਨੇ ਇਹ ਸੋਚਿਆ ਸੀ ਕਿ 35 ਦਿਨ ਦੇ ਵਿੱਚ ਕਮਿਸ਼ਨਰ ਨੂੰ ਬਦਲ ਦੇਣਾ ਹੈ? ਨਹੀਂ, ਇਸ ਤਰ੍ਹਾਂ ਦਾ ਨਹੀਂ ਸੀ। ਡੀਜੀਪੀ ਸਾਹਿਬ ਨੇ ਵੀ ਇਹ ਨਹੀਂ ਸੋਚਿਆ ਸੀ। ਨਹੀਂ, ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਨਸ਼ਾ ਦਾ ਕਾਰੋਬਾਰ ਚੱਲਦਾ ਰਹੇ, ਇਹ ਪ੍ਰੈਸ਼ਰ ਦਿੱਲੀੋਂ ਆਉਂਦਾ ਹੈ? नहीं, दिल्ली नहीं ਹੁੰਦਾ है। जो माफिया ने, सरगर्म माफिया ने जी, ठीक है कि नहीं, माफिया ਦਾ ਰੂਲ ਹਮੇਸ਼ਾ ਬਰਕਰਾਰ ਰਹਿੰਦਾ ਹੈ। ਇਹੀ ਤਾਂ ਅਸੀਂ ਤੋੜਨਾ ਚਾਹੁੰਦੇ ਹਾਂ। ਜਦੋਂ ਤੱਕ ਅਸੀਂ ਪਰ ਮਾਫੀਆ ਇਹ ਵੀ ਨੂੰ ਕਿਹਾ ਨਹੀਂ ਜਾਂਦਾ ਹੈ ਕਿ ਤੋੜਾਂਗੇ। ਪੁਲਿਸ ਉਸ ਮਾਫੀਆ ਦਾ ਹਿੱਸਾ ਹੈ। ਦੇਖੋ ਪੁਲਿਸ ਦੀ ਸ਼ੈ ਬਿਨਾ ਮਾਫੀਆ ਨਹੀਂ ਚੱਲ ਸਕਦਾ। ਜਦੋਂ ਪੋਲੀਟੀਕਲ ਕਲਾਸ ਉਹਦੇ ਵਿੱਚ ਸ਼ਾਮਿਲ ਹੈ ਔਰ ਪੁਲਿਸ ਟੋਟਲੀ ਪੋਲੀਟੀਕਲ ਕਲਾਸ ਤੇ ਡਿਪੈਂਡ ਕਰਦੀ ਹੈ ਤਾਂ ਪੁਲਿਸ ਦਾ ਇੱਕ ਹਿੱਸਾ ਅਸੀਂ ਕਹਿ ਸਕਦੇ ਹਾਂ। ਸਾਰੇ ਪੁਲਿਸ ਵਾਲੇ ਥੋੜੇ ਮਾੜੇ ਹੁੰਦੇ ਨੇ। ਕਿਸੇ ਵੀ ਪੁਲਿਸ ਵਾਲੇ ਨੂੰ ਤੁਸੀਂ ਪੁੱਛੋ ਤਾਂ ਪੁਲਿਸ ਵਾਲਾ ਇਹੀ ਕਹੇਗਾ ਕਿ ਹਾਂ ਅਸੀਂ ਤਾਂ ਮਤਲਬ ਚੰਗਾ ਕੰਮ ਕਰਨਾ ਚਾਹੁੰਦੇ ਹਾਂ, ਮਤਲਬ ਇੱਕ ਸਟੇਟ ਨੂੰ ਵਧੀਆ ਪੁਲਿਸਿੰਗ ਦੇ ਕੇ ਵਧੀਆ ਐਟਮੋਸਫੀਅਰ ਦੇਣਾ ਚਾਹੁੰਦੇ ਹਾਂ। ਲੇਕਿਨ ਜੋ ਪੋਲੀਟੀਕਲ ਸਿਸਟਮ ਜੋ ਹੈ ਨਾ ਉਹ ਖਰਾਬ ਹੋ ਗਿਆ ਹੈ। ਇਸ ਕਰਕੇ ਪੁਲਿਸ ਬਦਨਾਮ ਹੁੰਦੀ ਹੈ। ਤਾਂ ਬਦਨਾਮ ਹੁੰਦੀ ਹੈ ਕਿਉਂਕਿ ਇਹੀ ਮੋਸਟ ਵਿਜ਼ੀਬਲ ਆਰਗਨ ਹੈ। ਮੈਂ ਪਹਿਲਾਂ ਵੀ ਕਿਹਾ ਨਾ ਕਿ ਪੁਲਿਸ ਇਜ਼ ਦਾ ਮੋਸਟ ਵਿਜ਼ੀਬਲ ਆਰਗਨ ਆਫ ਅ ਸਟੇਟ। तो ये ਹੁੰਦਾ ਕੀ ਹੈ ਕਿ ਪੁਲਿਸ ਬਦਨਾਮ ਹੁੰਦੀ ਹੈ। ਤੁਸੀਂ ਇੱਕ ਸਿਪਾਹੀ ਨੂੰ ਵੀ ਪੁੱਛੋ ਉਹ 10 रुपया भी रिश्वत लेना नहीं चाहता है। लेकिन वो हालात देखो इस तरह के बना दिते गए ने कि सारा कुछ इल्जाम पुलिस वाले ते ही आ जाता है। ਤੁਸੀਂ ਇਹ ਕਹਿੰਦੇ ਹੋ ਕਿ ਵੀ ਜਿਹੜਾ ਡਰਗ ਮਾਫੀਆ ਜੋ ਤਾਕਤ ਹੈ ਉਹਦਾ ਪੁਲਿਸ ਵਿੱਚ ਜ਼ਿਆਦਾ ਰੋਲ ਨਹੀਂ ਹੈ, ਉਹਦਾ ਰੋਲ ਪੋਲੀਟੀਕਲ ਜ਼ਿਆਦਾ ਹੈ। ਪੋਲੀਟੀਕਲ ਹੈ ਤਾਂ ਅਸੀਂ ਬਸ ਤੋੜ ਦੋ। ਸਾਰਿਆਂ ਨੂੰ ਪਤਾ ਹੈ ਇੱਕ ਲਿਫਾਫਾ ਬੰਦ ਪਿਆ ਹੈ 3 ਸਾਲ ਤੋਂ, ਠੀਕ ਹੈ ਕਿ ਤੁਹਾਡੇ ਕੋਲ ਦੇਖੋ मतलब पता नहीं 200 तो ज़्यादा मतलब वकील होंगे मतलब सरकार दे रोल ते लेकिन एक लिफाफा नहीं खुलवा सकते। पता लग जाएगा ना जिस दिन लिफाफा खुलेगा पता लग जाएगा कि हाँ कौन है। मैं ना क्यों लेवा जी, क्योंकि वो जिस दिन खुलेगा उस दिन पता लग जाएगा। किथे नरमी है तो किथे किसी वर्ते गर्मी भी बहुत है सर। तो देख लो ठीक, खुलेगा ना लिफाफा खुलेगा सारा पता लग जाएगा। ਚਲੋ ਸਰ ਤੁਹਾਡੇ ਨਾਲ ਗੱਲ ਕਰਕੇ ਬੜਾ ਇੰਟਰਸਟਿੰਗ ਲੱਗਿਆ। ਟਾਈਮ ਬਹੁਤ ਲੰਬਾ ਹੋ ਗਿਆ ਸੋ ਮੈਨੂੰ ਕੱਟ ਕਰਨੀ ਪੈ ਰਹੀ ਹੈ, ਪਰ ਉਮੀਦ ਕਰਦੇ ਹਾਂ ਇਹੋ ਜਿਹੀਆਂ ਹੋਰ ਕਨਵਰਸੇਸ਼ਨਸ ਹੋਰ ਡਿਸਕਸ਼ਨ ਸਾਡੀਆਂ ਜਾਰੀ ਰਹਿਣਗੀਆਂ ਬਿਕੋਜ਼ ਅਸੀਂ ਜ਼ਰੂਰ ਚਾਹੁੰਦੇ ਜੇ ਸਿਆਸਤ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਲੈ ਕੇ ਆਏ ਹੋ ਤਾਂ ਕੁਝ ਨਵੀਂ ਗੱਲ ਹੋਈ ਹੈ। ਸੋ ਮੈਂ ਬਸ ਆਖਰੀ ਲਾਈਨ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਜੋ ਚੱਲਦੀ ਹੋਈ ਸਿਆਸਤ ਨੂੰ ਮੈਂ ਨਹੀਂ ਜੁਆਇਨ ਕਰ ਰਿਹਾ, ਨਾ ਹੀ ਉਹ ਜੁਆਇਨ ਕੀਤਾ। ਅਸੀਂ ਉਸ ਚੀਜ਼ ਨੂੰ ਸਿੱਖਣਾ ਹੀ ਨਹੀਂ ਹੈ, ਉਸ ਸਿਆਸਤ ਨੂੰ ਸਿੱਖਣਾ ਨਹੀਂ ਹੈ, ਬਿਲਕੁਲ ਹੀ ਨਹੀਂ ਸਿੱਖਣਾ। ਸਿਆਸਤ ਨੂੰ ਅਸੀਂ ਇੱਕ ਨਵੀਂ ਪਰਿਭਾਸ਼ਾ ਦੇਣਾ ਚਾਹ ਰਹੇ ਹਾਂ। ਇਹ ਡਿਫੀਨੀਸ਼ਨ ਹੀ ਬਦਲ ਜਾਏਗਾ ਸਿਆਸਤ ਦਾ। ਉਹ ਡਿਫੀਨੀਸ਼ਨ ਉਹ ਹੋਗਾ ਜੋ ਸਾਡੇ ਸੰਵਿਧਾਨ ਨਿਰਮਾਤਾ ਸੀਗੇ, ਜਿਨ੍ਹਾਂ ਨੇ ਲੜਾਈ ਲੜੀ ਸੀ ਆਜ਼ਾਦੀ ਦੀ, ਉਹ ਜਿਸ ਸੋਚ ਨੂੰ ਲੈ ਕੇ ਚੱਲੇ ਸੀ ਅਸੀਂ ਉਸ ਸਿਆਸਤ ਨੂੰ ਅਸੀਂ ਲਿਆਵਾਂਗੇ। ਮਹਾਤਮਾ ਗਾਂਧੀ ਸੀਗੇ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਡਾਕਟਰ ਭੀਮ ਰਾਓ ਅੰਬੇਡਕਰ, ਡਾਕਟਰ ਰਾਜਿੰਦਰ ਪ੍ਰਸਾਦ, ਇਹਨਾਂ ਨੇ ਜੋ ਸੋਚ ਰੱਖੀ ਸੀ ਕਿ ਸਾਡੀ ਸਿਆਸਤ ਕਿਸ ਤਰੀਕੇ ਦੀ ਹੋਗੀ, ਉਸ ਸਿਆਸਤ ਨੂੰ ਅਸੀਂ ਸਾਕਾਰ ਕਰਨਾ ਚਾਹੁੰਦੇ ਹਾਂ। ਕਿਉਂਕਿ ਸਿਆਸਤ 'ਤੇ ਹੀ ਐਡਮਿਨਿਸਟ੍ਰੇਸ਼ਨ, ਗਵਰਨੈਂਸ, ਡਿਵੈਲਪਮੈਂਟ ਇਹ ਸਾਰਾ ਕੁਝ ਉਹਦੇ ਉੱਤੇ ਨਿਰਭਰ ਕਰਦਾ ਹੈ। ਅਤੇ ਸਾਡੀ ਇਹ ਸੋਚ ਹੈ ਅਸੀਂ ਉਸ ਸਿਆਸਤ, ਉਹ ਐਲੀਗੇਸ਼ਨ, ਕਾਊਂਟਰ ਐਲੀਗੇਸ਼ਨ, ਇੱਕ ਦੂਸਰੇ 'ਤੇ ਆਰੋਪ ਲਗਾਉਂਦੇ ਅਸੀਂ ਦੇਖੋ 70 ਸਾਲ ਹੋ ਗਏ ਤੇ ਅਸੀਂ ਬਸ ਗਲੀਆਂ ਨਾਲੀਆਂ ਦੀ ਡਿਵੈਲਪਮੈਂਟ ਤੱਕ ਹੀ ਰਹਿ ਗਏ, ਠੀਕ ਹੈ ਨਾ। ਇਸ ਕਰਕੇ ਅਸੀਂ ਉਸ ਸਿਆਸਤ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਹਾਂ। ਇੱਕ ਸਕਾਰਾਤਮਕ ਸੋਚ ਦੇ ਨਾਲ ਇੱਕ ਪੋਜ਼ਿਟਿਵ ਪੋਲਿਟਿਕਸ ਅਸੀਂ ਕਰਨਾ ਚਾਹੁੰਦਾ ਹਾਂ ਜਿਸ ਦੇ ਵਿੱਚ ਹਰ ਨਾਗਰਿਕ ਸ਼ਾਮਿਲ ਹੋਗਾ ਤੇ ਹਰ ਪਾਸੇ ਖੁਸ਼ਹਾਲੀ ਰਹੇਗੀ, ਅਮਨ ਸ਼ਾਂਤੀ ਰਹੇਗੀ। ਸਰ ਪੰਜਾਬ ਤਾਂ ਆਪਣਾ ਫੈਸਲਾ ਜਲਦ 5-6-8 ਮਹੀਨਿਆਂ ਵਿੱਚ ਸੁਣਾ ਦੇਗਾ, ਬਟ ਇਹ ਡੇਟ ਵੀ ਯਾਦ ਰੱਖਾਂਗੇ ਤੇ 5 ਸਾਲ ਬਾਅਦ ਅਸੀਂ ਇਸੇ ਗੱਲ ਤੇ ਬੈਠਾਂਗੇ ਤੇ ਦੇਖਾਂਗੇ ਕਿ ਜਿਹੜੀ ਤੁਸੀਂ ਸਿਆਸਤ ਵਿੱਚ ਛਲਾਂਗ ਮਾਰੀ, ਜਿਸ ਸੋਚ ਨਾਲ ਮਾਰੀ ਹੈ ਉਹ ਕਿੰਨੀ ਬਰਕਰਾਰ ਹੋਈ, ਤੁਹਾਡੀ ਉਮੀਦਾਂ ਤੇ ਕਿੰਨੀ ਖਰੀ ਉਤਰੀ। ਸੋ ਇਹ ਵੀ ਡੇਟ ਯਾਦ ਰੱਖਾਂਗੇ ਅੱਜ ਤੋਂ 5 ਸਾਲ। ਦੇਖੋ ਮੈਂ ਸਿਆਸਤ ਦੇ ਵਿੱਚ ਆਇਆ, ਮੈਂ ਸਭ ਤੋਂ ਪਹਿਲਾਂ ਨੌਕਰੀ ਛੱਡੀ, ਇਹ ਬਹੁਤ ਹੀ ਕੰਪੈਲਿੰਗ ਹਾਲਾਤ ਸੀ। ਅੱਜ ਤੁਹਾਨੂੰ ਦੇਖ ਕੇ ਨਾ ਉਹ ਯਾਦ ਆਉਂਦਾ ਜਿਵੇਂ ਬੱਚੇ ਹੁੰਦੇ ਨਾ, ਨੌਜਵਾਨ ਬੜੇ ਹੁੰਦੇ, ਉਹਨਾਂ ਦੀ ਅੱਖਾਂ ਵਿੱਚ ਬੜੀ ਤਾਰੇ ਹੁੰਦੇ ਕਿ ਨਹੀਂ ਮੈਂ ਦੁਨੀਆ ਬਦਲ ਦਾਂਗਾ। ਸੋ ਮੈਂ ਜ਼ਰੂਰ 5 ਸਾਲ ਮੈਂ ਨਹੀਂ ਬਦਲ ਦੇਵਾਂਗਾ। ਜਨਤਾ ਤਿਆਰ ਹੈ, ਜਨਤਾ ਦੇ ਵਿੱਚ ਅਵੇਅਰਨੈਸ ਆ ਗਿਆ ਹੈ, ਜਨਤਾ ਚਾਹੁੰਦੀ ਹੈ। ਸੋ ਮੈਂ ਜ਼ਰੂਰ ਬੈਠਣਾ ਚਾਹਾਂਗੀ। ਕੋਈ ਲੋਭ ਲਾਲਚ ਨਹੀਂ ਹੈ। ਦੇਖੋ मैं understand. पहला भी ऐलान कर चुके हैं कि मेरी जो भी प्रॉपर्टी होगी, मेरे को जो कुछ भी होगा, मैं पिंगलवाड़ा अमृतसर ਦੇ ਵਿੱਚ ਇੱਕ ਬਹੁਤ ਵਧੀਆ ਸੰਸਥਾ ਹੈ ਪਿੰਗਲਵਾੜਾ, मैं वसीयत कर दूंगा कि ये पिंगलवाड़ा ਦੇ ਨਾਂ ਤੇ ਚਲਾ ਜਾਏਗਾ। ਹਰ ਚੀਜ਼ ਬੇਟੀਆਂ ਮਾਈਂਡ ਨਹੀਂ ਕਰਨਗੀਆਂ? ਨਹੀਂ, ਉਹ 5 ਇਅਰਸ ਵਾਸਤੇ ਉਹਦੇ ਵਿੱਚ ਰਹੇਗਾ ਕਿ ਮੇਰੀ ਮੌਤ ਤੋਂ ਬਾਅਦ 5 ਇਅਰਸ ਤੱਕ, ਠੀਕ ਹੈ ਕਿ ਨਹੀਂ, ਠੀਕ ਹੈ। ਤਾਂ ਉਸ ਤੋਂ ਬਾਅਦ ਉਹ ਸਾਰਾ ਪਿੰਗਲਵਾੜਾ ਨੂੰ ਚਲਾ ਜਾਏਗਾ। ਮੈਨੂੰ ਕੁਝ ਨਹੀਂ ਲੈਣਾ ਦੇਣਾ ਹੈ। ਜੇਕਰ ਪੰਜਾਬ ਦਾ ਭਲਾ ਹੁੰਦਾ ਹੈ
ਤੇ ਅਸੀਂ ਮਤਲਬ ਪਰਮਾਤਮਾ ਨਹੀਂ, ਨੇ ਪਰ ਮੇਰੀ ਮੈਂ- ਡਿਊਟੀ ਲਗਾਈ ਹੈ ਨਹੀਂ, ਬਿਲਕੁਲ, ਮੈਂ ਮੇਰੀ ਗੱਲ ਮੈਂ ਸੁਣੋ। ਤੁਹਾਡੀ ਜਿਹੜੀ ਉਹ ਇੱਕ ਉਤਸ਼ਾਹ ਹੈ ਨਾ ਉਹਨੂੰ ਐਪਰੀਸ਼ੀਏਟ ਵੀ ਕਰ ਰਹੀ ਹਾਂ, ਪਰ ਉਮੀਦ ਕਰ ਰਹੀ ਹਾਂ ਕਿ 5 ਸਾਲ ਬਾਅਦ ਸ਼ਾਇਦ ਜਿਹੜੀ ਸਾਡੇ ਵਿੱਚ ਉਹ ਇੱਕ ਬੜਾ 5 ਸਾਲ ਬਾਅਦ ਨਹੀਂ 8-9 ਮਹੀਨੇ ਬਾਅਦ ਹੋ ਜਾਣਾ ਹੈ, ਤੁਸੀਂ ਦੇਖ ਲੈਣਾ। ਚਲੋ ਨਹੀਂ ਆਵਾਂਗੀ, ਮੈਂ ਤੁਹਾਨੂੰ ਵੀ 4 ਸਾਲ ਦਵਾਂਗੀ ਜੇ ਸਪੋਜ਼ ਅੱਛਾ, ਕੰਮ ਕਰਨ ਵਾਸਤੇ। ਠੀਕ ਹੈ, ਠੀਕ ਹੈ। ਸੋ ਉਸ ਤੋਂ ਬਾਅਦ ਇਹ ਉਤਸ਼ਾਹ ਔਰ ਇਹ ਵਰਡਸ ਅਸੀਂ ਇੱਥੇ ਮਿਲਾਂਗੇ, ਤੁਸੀਂ ਦੇਖ ਲੈਣਾ, ਠੀਕ ਹੈ ਨਾ ਜੀ। ਮਤਲਬ ਲੈਟ ਅਸ ਹੋਪ ਫॉर द ਬੈਸਟ, ਅਸੀਂ ਪੋਜ਼ਿਟਿਵ ਸਕਾਰਾਤਮਕ ਸੋਚ ਆਬਵੀਅਸਲੀ ਰੱਖਦੇ ਅਸੀਂ ਹਾਂ। ਕੰਮ ਹੀ ਅਸੀਂ ਕਰਦੇ ਹਾਂ। ਦੇਖੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਹੁੰਦੇ ਸੀਗੇ ਜਦੋਂ ਉਹਨਾਂ ਦਾ ਰਾਜ ਸੀ, ਸਾਰਾ ਕੁਝ ਠੀਕ ਚੱਲਦਾ ਸੀ। ਉਦੋਂ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕ ਸਾਥ ਰਹਿੰਦੇ ਸੀਗੇ, ਕੋਈ ਲੜਾਈ ਝਗੜਾ ਕੁਝ ਵੀ ਨਹੀਂ ਸੀਗਾ, ਠੀਕ ਹੈ ਕਿ ਨਹੀਂ। ਲੇਕਿਨ ਅੱਜ ਦਾ ਪੰਜਾਬ ਦੇਖੋ, ਉਦੋਂ ਦਾ ਪੰਜਾਬ ਦੇਖੋ, ਤੇ ਕੋਈ ਨਾ ਕੋਈ ਸਿਸਟਮ ਤਾਂ ਸਾਡੇ ਮਤਲਬ ਹਿਸਟਰੀ ਦੇ ਵਿੱਚ ਉਹ ਸਿਸਟਮ ਹੈ ਨਾ, ਉਹ ਸਿਸਟਮ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵਹੀ ਸਿਸਟਮ ਲੈ ਕੇ ਆਵਾਂਗੇ। ਤੇ ਇਹ ਨਹੀਂ ਹੈ ਕਿ ਅਸੀਂ ਕੋਈ ਯੂਰੇਕਾ ਕੋਈ ਮਤਲਬ ਬਹੁਤ ਹੀ ਮਤਲਬ ਕਲਪਨਾ ਦੇ ਵਿੱਚ ਅਸੀਂ ਜੀ ਰਹੇ ਹਾਂ। ਸਿਸਟਮ ਅਸੀਂ ਵੇਖ ਚੁੱਕੇ ਹਾਂ, ਇਤਿਹਾਸ ਦੀ ਕਿਤਾਬ ਪੜ੍ਹੋ, ਸਾਰਾ ਕੁਝ ਦੇਖੋ, ਤਾਂ ਅਸੀਂ ਸੋਚ ਰਹੇ ਹਾਂ ਕਿ ਹਾਂ ਮਤਲਬ ਸਾਨੂੰ ਪੂਰਾ ਯਕੀਨ ਹੈ। ਆਈ ਹੋਪ 5 ਸਾਲ ਬਾਅਦ ਤੁਸੀਂ ਜੇਤੂ ਮੈਨੂੰ ਮਤਲਬ ਆਪਣੇ ਲਫ਼ਜ਼ਾਂ ਨੂੰ ਸਹੀ ਸਾਬਤ ਕਰੋ, ਬਟ ਜ਼ਰੂਰ 5 ਸਾਲ ਬਾਅਦ ਵੀ ਬੈਠਾਂਗੇ ਤੇ ਇਹਨਾਂ 8 ਮਹੀਨਿਆਂ ਵਿੱਚ ਹੀ ਬੈਠਦੇ ਰਵਾਂਗੇ। ਸਰ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਵੈਰੀ ਇੰਟਰਸਟਿੰਗ ਕਨਵਰਸੇਸ਼ਨ ਐਜ਼ ਯੂਜੂਅਲ। ਸੋ ਫਿਰ ਮਿਲਦੇ ਹਾਂ। ਥੈਂਕ ਯੂ ਵੈਰੀ ਮਚ, ਥੈਂਕ ਯੂ।